ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਇਹ ਲੈਕਚਰ ਨੰਬਰ 44 ਹੈ। ਅਤੇ ਰੇਖਿਕ ਪਰਿਵਰਤਨ ਬਾਰੇ ਗੱਲ ਕਰਾਂਗੇ ਅਤੇ ਖਾਸ ਤੌਰ ਤੇ ਅਸੀਂ ਇਹਨਾਂ ਲੀਨੀਅਰ ਟਰਾਂਸਫੋਰਮੇਸ਼ਨਜ਼ ਲਈ ਰੈਂਕ ਨਲਿਟੀ ਥਿਓਰਮ ਅਤੇ ਲੀਨੀਅਰ ਟਰਾਂਸਫੋਰਮੇਸ਼ਨਜ਼ ਦੇ ਕਰਨਲ ਅਤੇ ਇਮੇਜ ਬਾਰੇ ਵੀ ਗੱਲ ਕਰਾਂਗੇ। ਇਸ ਲਈ ਮੈਨੂੰ ਇਸ ਨਾਲ ਸ਼ੁਰੂ ਕਰਨ ਦਿਓ ਕਿ ਇੱਕ ਲੀਨੀਅਰ ਮੈਪਿੰਗ ਜਾਂ ਲੀਨੀਅਰ ਟਰਾਂਸਫੋਰਮੇਸ਼ਨ ਕੀ ਹੈ। ਇਸ ਲਈ ਇੱਥੇ ਅਸੀਂ ਇਹਨਾਂ ਦੋ ਵੈਕਟਰ ਸਪੇਸਿਸ ਬਾਰੇ ਗੱਲ ਕਰਦੇ ਹਾਂ। ਇਸ ਲਈ x ਅਤੇ y ਵੀ ਦੋ ਵੈਕਟਰ ਸਪੇਸਸ ਅਤੇ f ਤੋਂ x ਤੋਂ y ਤੱਕ ਦੀ ਮੈਪਿੰਗ ਨੂੰ ਲੀਨੀਅਰ ਟਰਾਂਸਫਾਰਮੇਸ਼ਨ ਜਾਂ ਲੀਨੀਅਰ ਮੈਪਿੰਗ ਕਿਹਾ ਜਾਂਦਾ ਹੈ। ਜੇਕਰ ਇਹ ਹੇਠਾਂ ਦਿੱਤੀਆਂ ਦੋ ਕੰਡੀਸ਼ਨਜ਼ ਨੂੰ ਪੂਰਾ ਕਰਦਾ ਹੈ, ਤਾਂ ਇਸ ਵੈਕਟਰ ਸਪੇਸ x ਤੋਂ ਕਿਸੇ ਵੀ ਦੋ ਵੈਕਟਰ u ਅਤੇ v ਲਈ ਇਹ ਕੰਡੀਸ਼ਨਜ਼ ਕੀ ਹਨ। ਜੇਕਰ ਇਹ ਇਸ ਟਰਾਂਸਫੋਰਮੇਸ਼ਨ ਨੂੰ fu+v ਤੇ ਲਾਗੂ ਕਰਦਾ ਹੈ, ਤਾਂ ਇਹ fu ਅਤੇ +f v ਦੇ ਇਕੁਅਲ ਹੋਣਾ ਚਾਹੀਦਾ ਹੈ ਤਾਂ ਜੋ ਇਹਨਾਂ ਦੋ ਕੰਡੀਸ਼ਨਜ਼ ਵਿੱਚੋਂ ਇੱਕ ਲਈ ਇਹ ਇੱਕ ਹੈ, ਜਿਸਨੂੰ ਇਹ ਕਹਿਣ ਦੀ ਲੋੜ ਹੈ ਕਿ ਇਹ ਇੱਕ ਲੀਨੀਅਰ ਟਰਾਂਸਫੋਰਮੇਸ਼ਨ ਹੈ। ਇੱਥੇ ਰੀਅਲ ਨੰਬਰਾਂ ਅਤੇ ਵੈਕਟਰ ਦੇ ਇਸ ਸੈੱਟ ਤੋਂ ਕਿਸੇ ਵੀ ਸਕੇਲਰ k ਲਈ ਦੂਜਾ ਅਤੇ x ਇਸ f ਤੋਂ ਕੋਈ ਵੀ ਵੈਕਟਰ u ਇਹ ਵੀ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਇਸ ਕੇਸ ਦੇ ਸਕੇਲਰ ਮਲਟੀਪਲੀਕੇਸ਼ਨ ਦਾ f ਤੁਹਾਡੇ ਲਈ ਇਸ ਦੀ ਮਲਟੀਪਲੀਕੇਸ਼ਨ ਹੈ। ਇਸ ਲਈ fk ਟਾਈਮਸ uk ਗੁਣਾ fu ਟਾਈਮਸ k ਦੇ ਬਰਾਬਰ ਹੋਣਾ ਚਾਹੀਦਾ ਹੈ। ਇਸ ਲਈ ਸਾਡੇ ਕੋਲ ਲੀਨੀਅਰਿਟੀ ਲਈ ਇਹ ਦੋ ਕੰਡੀਸ਼ਨਜ਼ ਲੋੜੀਂਦੀਆਂ ਹਨ। ਇਹ ਇੱਕ fu+v ਦੇ ਬਰਾਬਰ ਹੋਣਾ ਚਾਹੀਦਾ ਹੈ ਅਤੇ ਦੂਜੀ ਕੰਡੀਸ਼ਨ ਸਾਡੇ ਕੋਲ ਹੈ ਕਿ ਇਹ ਨਕਸ਼ਾ ਇਸ ਗੱਲ ਨੂੰ ਵੀ ਸੰਤੁਸ਼ਟ ਕਰਦਾ ਹੈ ਕਿ fk ਟਾਈਮਸ uk ਇੱਕ ਸਕੇਲਰ ਨੰਬਰ k ਟਾਈਮਸ uk ਟਾਈਮਸ fu ਦੇ ਇਕੁਅਲ ਹੋਣਾ ਚਾਹੀਦਾ ਹੈ। ਇਸ ਲਈ ਇੱਥੇ ਉੱਪਰ ਦਿੱਤੀਆਂ ਦੋ ਕੰਡੀਸ਼ਨਜ਼ ਵਿੱਚੋਂ ਇੱਕ ਨੂੰ ਟਿੱਪਣੀ ਕਰਨ ਲਈ ਇਹ ਦੋ ਕੰਡੀਸ਼ਨਜ਼ ਜਿਨ੍ਹਾਂ ਬਾਰੇ ਅਸੀਂ ਹੁਣੇ ਚਰਚਾ ਕੀਤੀ ਹੈ ਇਹ fu+v ਬਰਾਬਰ fu+fv ਅਤੇ fku ਇਸ k ਟਾਈਮਸ ਇਸ fu ਦੇ ਇਕੁਅਲ ਹੈ ਅਤੇ ਇਹਨਾਂ ਦੋ ਕੰਡੀਸ਼ਨਜ਼ ਨੂੰ ਇੱਕ ਵਿੱਚ ਜੋੜਿਆ ਜਾ ਸਕਦਾ ਹੈ ਅਤੇ ਜਿਵੇਂ ਕਿ f ਟਾਈਮਸ ਇਸ k ਇੱਕ k ਤੋਂ ਵੀ ਇਕੁਅਲ k ਇੱਕ fu k 2fv ਹੈ। ਅਸੀਂ ਇਸ ਲਈ ਇੱਥੇ ਅਸੀਂ ਮੂਲ ਰੂਪ ਵਿੱਚ ਦੋ ਨੂੰ ਜੋੜ ਰਹੇ ਹਾਂ ਤਾਂ ਇੱਕ ਇਹ ਇਸ u+v ਦੇ ਐਡੀਸ਼ਨ ਨਾਲ ਸੀ ਜੋ ਪਹਿਲਾਂ ਹੀ ਹੈ। ਇੱਥੇ ਇੱਕ f ਤੇ k ਇੱਕ u k 2 ਸਾਨੂੰ fk ਇੱਕ u ਅਤੇ fk 2v ਦੇ ਇਕੁਅਲ ਹੋਣਾ ਚਾਹੀਦਾ ਹੈ। ਇਸ ਲਈ ਉਦਾਹਰਨ ਲਈ ਪਹਿਲੇ ਸਟੈਪ ਵਿੱਚ ਅਸੀਂ ਇਸਨੂੰ k ਇੱਕ u ਅਤੇ ਫਿਰ ਇਸ k 2v ਦੇ ਰੂਪ ਵਿੱਚ ਸੋਚਾਂਗੇ। ਇਹ ਬਿਲਕੁਲ ਕੰਡੀਸ਼ਨ ਨੰਬਰ 1 ਹੈ ਅਤੇ ਕੰਡੀਸ਼ਨ ਨੰਬਰ 2 ਹੁਣ ਇਹ ਦਿੰਦੀ ਹੈ ਕਿ ਇਹ ਬਰਾਬਰ k ਇੱਕ fu ਅਤੇ ਇਹ k 2 fv ਹੋਣੇ ਚਾਹੀਦੇ ਹਨ। ਇਸ ਲਈ ਦੋਵੇਂ ਕੰਡੀਸ਼ਨਜ਼ ਸੰਤੁਸ਼ਟ ਹਨ। ਇੱਕ ਵਾਰ ਇੱਥੇ ਇਹ ਕੰਡੀਸ਼ਨ ਹੈ ਕਿ ku k 2v ਇਸ f ਤੇ ਜਦੋਂ ਅਸੀਂ ਅਪਲਾਈ ਕਰਦੇ ਹਾਂ ਤੇ ਜੇਕਰ ਇਹ k ਇੱਕ fu ਅਤੇ k 2fv ਦੇ ਇਕੁਅਲ ਹੈ ਫਿਰ ਅਸੀਂ ਇਹ ਕਹਿ ਸਕਦੇ ਹਾਂ ਕਿ ਦਿੱਤੀ ਗਈ ਟਰਾਂਸਫੋਰਮੇਸ਼ਨ ਇੱਕ ਲੀਨੀਅਰ ਟਰਾਂਸਫੋਰਮੇਸ਼ਨ ਹੈ। ਇਸ ਲਈ ਦੁਬਾਰਾ ਨੋਟ ਕਰੋ ਕਿ k ਲਈ 0 ਦੇ ਬਰਾਬਰ ਹੈ। ਇਸ ਲਈ ਦੂਜੀ ਕੰਡੀਸ਼ਨ ਵਿੱਚ ਜੇਕਰ ਅਸੀਂ k ਨੂੰ 0 ਦੇ ਇਕੁਅਲ ਰੱਖਦੇ ਹਾਂ ਤਾਂ ਸਾਨੂੰ ਉਹ f ਦੇਵੇਗਾ। ਇਸ ਲਈ u×0 ਇਹ ਵੈਕਟਰ ਸਪੇਸ ਦੀ ਇੱਕ ਪ੍ਰਾਪਰਟੀ ਹੈ। ਇਹ ਇੱਕ 0 ਵੈਕਟਰ ਹੋਣਾ ਚਾਹੀਦਾ ਹੈ। ਫਿਰ 0 ਵੈਕਟਰ ਦਾ f ਇਕੁਅਲ ਹੋਣਾ ਚਾਹੀਦਾ ਹੈ। ਤਾਂ ਇੱਥੇ ਦੁਬਾਰਾ ਸਾਡੇ ਕੋਲ 0 ਇਸ fu ਹੈ। ਇਸ ਲਈ ਜਦੋਂ ਅਸੀਂ ਇਸ 0 ਨੂੰ fu ਨਾਲ ਗੁਣਾ ਕਰਦੇ ਹਾਂ fu ਇਸ ਵੈਕਟਰ ਸਪੇਸ x ਵਿੱਚ ਇੱਕ ਐਲੀਮੈਂਟ ਹੈ ਤੇ ਇਸ ਐਲੀਮੈਂਟ ਵਿੱਚ ਦੁਬਾਰਾ ਇਹ 0 fu ਨੂੰ ਸਾਨੂੰ 0 ਐਲੀਮੈਂਟ ਦੇਣਾ ਚਾਹੀਦਾ ਹੈ ਤਾਂ ਅਸੀਂ ਫਿਰ ਇੱਥੇ ਇਹ 0 f0 ਪ੍ਰਾਪਤ ਕਰਦੇ ਹਾਂ ਜੋ 0 ਦੇ ਇਕੁਅਲ ਹੋਣਾ ਚਾਹੀਦਾ ਹੈ ਤਾਂ ਇਹ fyu ਦਾ ਐਲੀਮੈਂਟ ਹੈ। ਇਸ ਲਈ ਦੁਬਾਰਾ ਉਹੀ ਚੀਜ਼ ਹੋਣੀ ਚਾਹੀਦੀ ਹੈ ਜਦੋਂ ਸਾਡੇ ਕੋਲ ਇਹ 0 ਹੈ ਅਤੇ ਇਸ y ਤੋਂ ਕੁਝ ਹੈ ਤਾਂ ਇਸ ਨੂੰ ਇਸ y ਵਿੱਚ ਵੈਕਟਰ ਦੁਬਾਰਾ ਦੇਣਾ ਚਾਹੀਦਾ ਹੈ ਤਾਂ ਇੱਥੇ f0 ਹੋਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਹਰ ਲੀਨੀਅਰ ਮੈਪ ਇਸ ਰੇਂਜ y ਵਿੱਚ 0 ਵੈਕਟਰ ਨੂੰ ਇਸ ਡੋਮੇਨ x ਤੋਂ 0 ਵੈਕਟਰ ਤੱਕ ਲੈ ਜਾਂਦਾ ਹੈ। ਇਸ ਲਈ ਇਹ ਇੱਕ ਹੋਰ ਮਹੱਤਵਪੂਰਨ ਪ੍ਰਾਪਰਟੀ ਹੈ ਜਿਸਨੂੰ ਅਸੀਂ ਛੇਤੀ ਹੀ ਵੈਕਟਰ ਸਪੇਸਿਸ ਦੀ ਖੋਜ ਕਰ ਸਕਦੇ ਹਾਂ, ਜਿਸ ਦਾ ਮਤਲਬ ਹੈ ਕਿ ਇਹ f0 ਵੀ 0 ਦੇ ਇਕੁਅਲ ਹੋਣਾ ਚਾਹੀਦਾ ਹੈ ਤਾਂ 0 ਨੂੰ ਵੈਕਟਰ ਸਪੇਸ y ਵਿੱਚ ਵੈਕਟਰ ਨਾਲ ਮੈਪ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਕੁਝ ਉਦਾਹਰਣਾਂ ਵਿੱਚੋਂ ਗੁਜ਼ਰਦੇ ਹਾਂ ਜਿੱਥੇ ਅਸੀਂ ਇਹ ਲੀਨੀਅਰ ਮੈਪਸ ਦੇਖਦੇ ਹਾਂ ਤਾਂ ਪਹਿਲਾਂ ਇੱਥੇ f
ਇੱਕ ਲੀਨੀਅਰ ਮੈਪ ਹੈ ਇੱਥੇ R3 2 R3 ਨਾਲ fx yz ਇਕੁਅਲ xy 0 ਹੈ। ਇਸ ਲਈ ਇੱਥੇ ਇਸ R3 ਦਾ ਹਰ ਐਲੀਮੈਂਟ ਜੋ ਇਸ xyz ਦੁਆਰਾ ਦਰਸਾਇਆ ਗਿਆ ਹੈ ਅਤੇ ਇਹ ਇਸ xy ਅਤੇ z ਨੂੰ ਮੈਪ ਕਰਦਾ ਹੈ ਕਿਉਂਕਿ 0 ਇਸ xy ਪਲੇਨ ਲਈ ਉਸ ਪੁਆਇੰਟ x y z ਦਾ ਇੱਕ ਪ੍ਰੋਜੈਕਸ਼ਨ ਹੈ। ਇਸ ਲਈ ਕਿ ਇਹ ਮੈਪ ਇੱਕ ਲੀਨੀਅਰ ਮੈਪ ਹੈ ਜਾਂ ਨਹੀਂ ਅਸੀਂ ਇਸ ਨੂੰ ਵੈਰੀਫਾਈ ਕਰ ਸਕਦੇ ਹਾਂ। ਇਸ ਲਈ ਅਸੀਂ ਇਸ R3 ਤੋਂ ਦੋ ਐਲੀਮੈਂਟ ਲੈਂਦੇ ਹਾਂ, ਤਾਂ ਇਸ R3 ਦੇ ਮੈਂਬਰਾਂ ਲਈ ਇੱਕ BC ਹੈ ਅਤੇ ਦੂਜਾ ਅਸੀਂ ਇਸ ਨੂੰ A', B' ਅਤੇ C' ਲਿਆ ਹੈ। ਅਤੇ ਹੁਣ ਪਹਿਲੀ ਪ੍ਰਾਪਰਟੀ ਦੀਆਂ ਇਹ ਦੋਵੇਂ ਪ੍ਰਾਪਰਟੀਜ਼ ਇਹ ਹਨ ਕਿ ਜਦੋਂ ਅਸੀਂ ਇਸ ਨੂੰ U+V ਤੇ ਲਾਗੂ ਕਰਦੇ ਹਾਂ ਤਾਂ ਸਾਨੂੰ FU+FV ਦੇਣਾ ਚਾਹੀਦਾ ਹੈ, ਅਤੇ ਇਹ ਕਿ ਅਸੀਂ ਇੱਥੇ ਜਾਂਚ ਕਰਾਂਗੇ ਤਾਂ U+V ਦੇ F ਦਾ ਮਤਲਬ ਹੈ ਕਿ ਇੱਥੇ FU+V ਇਹਨਾਂ ਦੋ ਤੱਤਾਂ ਵਿੱਚੋਂ ਕੁਝ ਹੋਵੇਗਾ। ਇੱਥੇ ਦੋ ਵੈਕਟਰ ਹਨ ਇਸ ਲਈ A+A', B+B', C+C' ਜੋ ਕਿ ਇੱਥੇ U+V ਹੈ। ਅਤੇ ਹੁਣ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਇਸ ਦਾ F ਕੀ ਹੈ। ਤਾਂ ਫਿਰ ਪਰਿਭਾਸ਼ਾ ਦੇ ਅਨੁਸਾਰ ਇਹ ਤੀਜਾ ਕੋਆਰਡੀਨੇਟ 2 0 ਤੇ ਸੈੱਟ ਕੀਤਾ ਜਾਵੇਗਾ ਭਾਵ ਇਹ 1+A' ਦੇ ਬਰਾਬਰ ਹੋਵੇਗਾ ਅਤੇ ਇਹ B+B' ਦੇ ਇਕੁਅਲ ਹੋਵੇਗਾ ਅਤੇ ਤੀਜਾ ਆਰਗੂਮੈਂਟ ਨੂੰ 0 ਤੇ ਸੈੱਟ ਕੀਤਾ ਜਾਵੇਗਾ ਤਾਂ ਕਿ ਇਸ ਮੈਪਿੰਗ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਗਿਆ ਹੈ। ਇਸ ਲਈ ਹੁਣ ਸਾਡੇ ਕੋਲ ਇਹ ਵੈਕਟਰ ਇੱਥੇ ਫਿਰ R3 ਹੈ ਕਿਉਂਕਿ ਨਕਸ਼ਾ R3 ਤੋਂ R3 ਤੱਕ ਹੈ। ਅਤੇ ਹੁਣ ਅਸੀਂ ਇਸ ਵੈਕਟਰ ਨੂੰ ਇਹਨਾਂ ਦੋ ਵੈਕਟਰਾਂ ਵਿੱਚੋਂ ਕੁਝ ਦੇ ਰੂਪ ਵਿੱਚ ਲਿਖ ਸਕਦੇ ਹਾਂ। ਪਹਿਲਾ ਇੱਕ B 0 ਅਤੇ ਦੂਜਾ A', ਅਤੇ 0 ਹੈ। ਕਿਉਂਕਿ ਇਹਨਾਂ ਦੋ ਵੈਕਟਰ ਵਿੱਚੋਂ ਕੁਝ ਨਹੀਂ ਪਰ A+A' ਅਤੇ B+B' ਹੈ ਅਤੇ ਤੀਜਾ ਐਲੀਮੈਂਟ 0 ਹੈ। ਇਸ ਲਈ ਇੱਥੇ A B 0 ਫਿਰ ਹੈ ਪਰਿਭਾਸ਼ਾ ਅਨੁਸਾਰ ਇੱਥੇ F ਦਾ FU ਹੈ ਕਿਉਂਕਿ F ਦਾ FU ਫਿਰ ਹੋਵੇਗਾ ਇਸ ਪਰਿਭਾਸ਼ਾ ਦੇ ਅਨੁਸਾਰ ਜਦੋਂ ਅਸੀਂ U ਦਾ F ਲੈਂਦੇ ਹਾਂ ਕਿ ਤੁਸੀਂ ਇੱਕ BC ਹੋ ਤਾਂ ਇਹ AB 0 ਹੋਵੇਗਾ। ਰੋ ਤਾਂ ਇਹ ਬਿਲਕੁਲ ਇੱਥੇ AB 0 ਹੈ ਜਿਸ ਨੂੰ ਅਸੀਂ FU ਦੇ ਰੂਪ ਵਿੱਚ ਲਿਖ ਸਕਦੇ ਹਾਂ ਅਤੇ ਇੱਥੇ A', B' 0 ਹੈ ਇਹ ਕੁਝ ਨਹੀਂ ਹੈ ਪਰ FB ਹੈ। ਇਸ ਲਈ ਅਸੀਂ ਇੱਥੇ ਕੀ ਦੇਖਿਆ ਹੈ ਕਿ U ਦਾ F+V ਦਾ FU+FV ਦੇ ਇਕੁਅਲ ਹੈ। ਇਸ ਲਈ ਇਸ ਲੀਨੀਅਰਿਟੀ ਦੀ ਪਹਿਲੀ ਕੰਡੀਸ਼ਨ ਸੰਤੁਸ਼ਟ ਹੈ ਅਤੇ ਹੁਣ ਅਸੀਂ ਦੂਜੇ ਦੀ ਜਾਂਚ ਕਰਾਂਗੇ ਜੋ ਇਸ ਕੇਸ ਵਿੱਚ ਵੀ ਮਾਮੂਲੀ ਹੈ। ਇਸ ਲਈ ਕਿਸੇ ਵੀ ਸਕੇਲਰ ਨੰਬਰ ਲਈ ਇਸ k ਨੂੰ ਅਸੀਂ ਇਸ k ਦੇ ਇਸ f ਨੂੰ U ਵਿੱਚ ਕੰਸੀਡਰ ਕਰਦੇ ਹਾਂ ਅਤੇ ਪਰਿਭਾਸ਼ਾ ਦੇ ਅਨੁਸਾਰ ਇਸ k ਇਨਟੂ U ਨੂੰ ਸਿਰਫ ਮਲਟੀਪਲਾਈ ਕੀਤਾ ਜਾਵੇਗਾ ਇਸ ABC ਦੇ ਹਰੇਕ ਕੰਪੋਨੈਂਟ ਨੂੰ ਮਲਟੀਪਲਾਈ ਕੀਤਾ ਜਾਵੇਗਾ ਤਾਂ ਅਸੀਂ ਇਹ k A ਅਤੇ ਇਹ k B ਅਤੇ k C ਹੋਵੇਗੇ। ਇਸ ਲਈ ਹੁਣ ਅਸੀਂ ਇੱਥੇ ਇਸ k U ਉੱਤੇ F ਪ੍ਰਾਪਤ ਕਰ ਰਹੇ ਹਾਂ ਜਿਸ ਦਾ ਅਰਥ ਹੈ ਇਸ k A k B k C ਐਲੀਮੈਂਟ ਉੱਤੇ F ਅਤੇ ਇਸ ਲੀਨੀਅਰ ਮੈਪ ਦੀ ਪਰਿਭਾਸ਼ਾ ਦੇ ਅਨੁਸਾਰ ਅਸੀਂ ਇਸ ਨੂੰ k A k B ਅਤੇ A 0 ਇੱਥੇ ਪ੍ਰਾਪਤ ਕਰਾਂਗੇ। ਤਾਂ ਫਿਰ ਅਸੀਂ ਇਸ ਵਿਚਾਰ ਦੀ ਵਰਤੋਂ ਕਰਾਂਗੇ ਜੋ ਐਡੀਸ਼ਨ ਦੀ ਟਰਮਜ਼ ਵਿੱਚ ਪਹਿਲਾਂ ਵਰਤਿਆ ਗਿਆ ਸੀ। ਹੁਣ ਅਸੀਂ ਵਰਤਾਂਗੇ ਕਿ ਇਸ k B ਅਤੇ 0 ਵਿੱਚੋਂ ਅਸੀਂ ਇਸ k ਨੂੰ ਇਸ ਪੁਆਇੰਟ A B 0 ਤੋਂ ਬਾਹਰ ਲੈ ਸਕਦੇ ਹਾਂ ਅਤੇ ਅਜਿਹਾ ਕਰਨ ਨਾਲ ਅਸੀਂ ਇੱਥੇ k ਟਾਈਮਸ A B, 0 ਪ੍ਰਾਪਤ ਕਰ ਰਹੇ ਹਾਂ ਅਤੇ ਇਹ k ਵਾਰ ਅਤੇ U ਦੇ ਫੰਕਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਇਸ ਲਈ ਇਸ ਟਾਈਮਸ U ਦਾ ਫੰਕਸ਼ਨ ਹੈ। ਤਾਂ ਜੋ ਅਸੀਂ ਇੱਥੇ ਦੁਬਾਰਾ ਦੂਜੀ ਪ੍ਰਾਪਰਟੀ ਦੀ ਜਾਂਚ ਕੀਤੀ ਹੈ ਕਿ ਜਦੋਂ ਅਸੀਂ k U ਤੇ F ਅਪਲਾਈ ਕਰਦੇ ਹਾਂ ਤਾਂ ਸਾਨੂੰ U ਤੇ ਇਸ k ਟਾਈਮਸ ਫੰਕਸ਼ਨ ਵੈਲਿਊ ਜਾਂ U ਤੇ ਮੈਪ ਮਿਲ ਰਿਹਾ ਹੈ। ਇਸ ਲਈ ਇੱਥੇ FU+V ਦੋਵੇਂ ਕੰਡੀਸ਼ਨਜ਼ FU+FU FV ਦੇ ਇਕੁਅਲ ਹਨ ਅਤੇ F ਟਾਈਮਸ F ਵੀ ਹਨ। ਜਦੋਂ ਅਸੀਂ ਇਸ k U ਤੇ ਲਾਗੂ ਕਰਦੇ ਹਾਂ ਤਾਂ ਸਾਨੂੰ k ਟਾਈਮ FU ਪ੍ਰਾਪਤ ਹੁੰਦਾ ਹੈ। ਇਸ ਲਈ ਲੀਨੀਅਰ ਮੈਪ ਦੀਆਂ ਦੋਵੇਂ ਪ੍ਰਾਪਰਟੀਜ਼ ਸੰਤੁਸ਼ਟ ਹਨ ਅਤੇ ਇਸ ਲਈ ਇੱਥੇ ਦਿੱਤਾ ਗਿਆ ਮੈਪ ਜੋ XYZ ਤੋਂ XY 0 ਤੱਕ ਪੁਆਇੰਟ ਨੂੰ ਮੈਪ ਕਰਦਾ ਹੈ ਇਹ ਇੱਕ ਪ੍ਰੋਜੈਕਸ਼ਨ ਮੈਪ ਹੈ ਜੋ ਇੱਕ ਲੀਨੀਅਰ ਮੈਪ ਹੈ ਜੋ ਅਸੀਂ ਹੁਣੇ ਇੱਥੇ ਸਾਬਿਤ ਕੀਤਾ ਹੈ। ਠੀਕ ਹੈ ਤਾਂ ਅਸੀਂ ਇੱਕ ਹੋਰ ਉਦਾਹਰਣ ਲਵਾਂਗੇ ਕਿ ਇਸ ਫੰਕਸ਼ਨ f ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਨਕਸ਼ੇ ਨੂੰ
f xy ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ। ਜਦੋਂ ਅਸੀਂ ਇਸ xy ਤੇ ਲਾਗੂ ਕਰਦੇ ਹਾਂ ਤਾਂ ਸਾਨੂੰ x plus 1 x plus 1 ਮਿਲ ਰਿਹਾ ਹੈ। ਹੁਣ ਸਵਾਲ ਇਹ ਹੈ ਕਿ ਕੀ ਇਹ ਲੀਨੀਅਰ ਮੈਪ ਹੈ ਜਾਂ ਇਹ ਲੀਨੀਅਰ ਮੈਪ ਨਹੀਂ ਹੈ, ਅਤੇ ਇਹ ਇੱਥੋਂ ਸਪਸ਼ਟ ਹੈ ਕਿਉਂਕਿ ਲੀਨੀਅਰ ਮੈਪ ਦੀ ਇੱਕ ਪ੍ਰਾਪਰਟੀਜ਼ ਇਹ ਹੈ ਕਿ ਇਹ ਹਮੇਸ਼ਾ 0 ਤੋਂ 0 ਨੂੰ ਮੈਪ ਕਰਦਾ ਹੈ, ਅਤੇ ਸਾਡੇ ਕੋਲ ਇੱਥੇ R2 ਵਿੱਚ ਸਾਡਾ ਐਲੀਮੈਂਟ 0 ਹੈ, 0,0 ਤੋਂ ਇਲਾਵਾ ਕੁਝ ਨਹੀਂ ਜੋ R2 ਵਿੱਚ ਐਲੀਮੈਂਟ ਹੈ। ਇਸ ਲਈ ਇਸ f ਨੂੰ 0,0 ਐਲੀਮੈਂਟ ਨੂੰ 0,0 ਐਲੀਮੈਂਟ ਨਾਲ ਮੈਪ ਕਰਨਾ ਚਾਹੀਦਾ ਹੈ ਜੇਕਰ ਇਹ ਇੱਕ ਲੀਨੀਅਰ ਮੈਪ ਹੈ, ਜੋ ਇਸ ਰੇਖਿਕ ਨਕਸ਼ੇ ਦੀ ਇੱਕ ਜ਼ਰੂਰੀ ਕੰਡੀਸ਼ਨ ਹੈ। ਪਰ ਅਸੀਂ ਇੱਥੇ ਕੀ ਦੇਖਿਆ ਹੈ ਤਾਂ ਜਦੋਂ ਅਸੀਂ ਇਸ f ਨੂੰ 0,0 ਤੇ ਲਾਗੂ ਕਰਦੇ ਹਾਂ ਤਾਂ ਸਾਨੂੰ ਕੀ ਮਿਲ ਰਿਹਾ ਹੈ? ਸਾਨੂੰ 1,2 ਮਿਲ ਰਿਹਾ ਹੈ। ਇਸ ਤਰ੍ਹਾਂ ਇਹ ਲੀਨੀਅਰ ਮੈਪ ਨਹੀਂ ਹੋ ਸਕਦਾ ਕਿਉਂਕਿ 0,0 ਐਲੀਮੈਂਟ ਨੂੰ 0,0 ਐਲੀਮੈਂਟ ਨਾਲ ਮੈਪ ਨਹੀਂ ਕਰ ਰਿਹਾ ਹੈ, ਪਰ ਇਹ 0,0 ਐਲੀਮੈਂਟ ਨੂੰ 1,2 ਐਲੀਮੈਂਟ ਨਾਲ ਮੈਪਿੰਗ ਕਰਦਾ ਹੈ ਜੋ ਕਿ ਇੱਕ ਲੀਨੀਅਰ ਮੈਪ ਨਹੀਂ ਹੋ ਸਕਦਾ। ਇਸ ਲਈ ਇੱਕ ਹੋਰ ਬਹੁਤ ਮਹੱਤਵਪੂਰਨ ਉਦਾਹਰਣ ਅਸੀਂ ਦੇਖਾਂਗੇ ਕਿ ਇਹ ਮੈਟ੍ਰਿਸਿਜ਼ ਵੀ ਲੀਨੀਅਰ ਮੈਪਸ ਵਾਂਗ ਹਨ। ਕਿਉਂਕਿ ਅਸੀਂ ਕਿਸੇ ਵੀ ਐਪ ਕਰੋਸ n ਮੈਟ੍ਰਿਕਸ ਲੈਂਦੇ ਹਾਂ ਅਤੇ ਇੱਥੇ ਇਹ ਇਸ ਰੂਲ ਦੁਆਰਾ ਇਸ Rm ਤੋਂ Xm ਵਿੱਚ ਟਰਾਂਸਫੋਰਮੇਸ਼ਨ ਹੈ ਕਿ ਜੇਕਰ ਅਸੀਂ ਇਹਨੂੰ ਇਸ x ਨਾਲ ਗੁਣਾ ਕਰਦੇ ਹਾਂ, x ਇਸ Rn ਤੋਂ ਇੱਕ ਐਲੀਮੈਂਟ ਹੈ ਤਾਂ ਸਾਨੂੰ Rm ਵਿੱਚ ਐਲੀਮੈਂਟ ਮਿਲੇਗਾ। ਇਸ ਲਈ ਇੱਥੇ ਇਹ ਇਸ Rn ਤੋਂ Rm ਤੱਕ ਇੱਕ ਮੈਪ ਦੀ ਤਰ੍ਹਾਂ ਹੈ। ਕਿਉਂਕਿ ਇਹ ਇਸ ਪਰਿਭਾਸ਼ਾ ਦੁਆਰਾ ਇੱਥੇ ਇਹ x ਲੈ ਰਿਹਾ ਹੈ ਤਾਂ ਸਾਡਾ ਫੰਕਸ਼ਨ ਇਹ x ਵਰਗਾ ਹੈ। ਇਸ ਲਈ ਇਹ x ਇਸ x ਤੋਂ ਮੈਪਿੰਗ ਕਰ ਰਿਹਾ ਹੈ ਜੋ Rn ਤੋਂ y ਤੱਕ ਹੈ ਜੋ Rn ਤੋਂ ਹੈ। ਇਸ ਲਈ ਜੇਕਰ ਇਹ ਮੈਟ੍ਰਿਕਸ ਵਿੱਚ ਇੱਕ m ਕਰੋਸ ਹੈ ਤਾਂ ਇਹ Rm ਵਿੱਚ Rn ਤੋਂ ਇੱਕ ਐਲੀਮੈਂਟ ਤੱਕ ਮੈਪ ਕਰਦਾ ਹੈ, ਅਤੇ ਇਹ ਆਸਾਨੀ ਨਾਲ ਦੇਖ ਸਕਦਾ ਹੈ ਕਿਉਂਕਿ ਜੇਕਰ ਅਸੀਂ ਇੱਥੇ ਕੰਸੀਡਰ ਕਰੀਏ ਤਾਂ ਇੱਥੇ ਇੱਕ ਮੈਟ੍ਰਿਕਸ ਨੂੰ ਆਰਡਰ ਵਿੱਚ ਇਸ ਨੂੰ R ਕਰੋਸ n ਕਹੀਏ। ਇਸ ਲਈ ਇਹ 1 1 1 2 ਅਤੇ ਇਹ 1 n ਇਹ 2 1 ਇਹ 2 2 ਅਤੇ 1 2 n ਆਦਿ ਦੀ ਤਰ੍ਹਾਂ ਹੈ, ਅਤੇ ਫਿਰ ਇਹ m R ਦੁਆਰਾ ਇਸ ਲਈ em1 em2 ਹੈ, ਅਤੇ ਸਾਡੇ ਕੋਲ ਆਖਰੀ ਐਲੀਮੈਂਟ ਤੇ ਇੱਕ mn ਹੈ। ਇਸ ਲਈ ਇਹ ਇਸ m ਕਰੋਸ n ਦਾ ਆਰਡਰ ਦਾ ਇਹ ਮੈਟ੍ਰਿਕਸ ਹੈ, ਅਤੇ ਜੇਕਰ ਅਸੀਂ ਇਸ ਨੂੰ ਇਹ x ਕੰਸੀਡਰ ਕਰਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਇਹ ਹੁਣ ਇੱਥੇ ਇਸ x ਨਾਲ ਮਲਟੀਪਲਾਈ ਕੀਤਾ ਜਾਵੇਗਾ। ਇਸ ਲਈ x1 x2 ਅਤੇ x Rn ਤੋਂ ਹੈ। ਇਸ ਦਾ ਮਤਲਬ ਹੈ ਕਿ ਇਸ ਵਿੱਚ m ਕੰਪੋਨੈਂਟ ਹਨ। ਇਸ ਲਈ x1 x2 x3 xn ਹੈ। ਅਤੇ ਹੁਣ ਜੇਕਰ ਅਸੀਂ ਇਸ ਮਲਟੀਪਲੀਕੇਸ਼ਨ ਦੀ ਚਰਚਾ ਕਰਦੇ ਹਾਂ ਤਾਂ ਕੀ ਹੋਵੇਗਾ? ਇਹ ਰੋ ਇਸ ਕਾਲਮ ਨਾਲ ਮਲਟੀਪਲਾਈ ਕੀਤੀ ਜਾਵੇਗੀ ਤਾਂ ਇੱਥੇ ਮਿਲੇਗੀ, ਫਿਰ ਇਹ ਇਸ ਨਾਲ ਮਲਟੀਪਲਾਈ ਹੋ ਜਾਵੇਗੀ ਅਤੇ ਹੋਰ ਵੀ। ਇਸ ਤਰ੍ਹਾਂ ਸਾਨੂੰ ਇਹ m ਰੋ ਮਿਲਣਗੀਆਂ। ਇਸ ਲਈ ਇਹ m ਵੀ ਰੋ ਹੈ, ਇਹ ਪਹਿਲੀ ਰੋ ਹੈ। ਇਸ ਲਈ ਇੱਥੇ ਇੱਕ ਪ੍ਰੋਡਕਟ ਦੇ ਰੂਪ ਵਿੱਚ ਅਸੀਂ ਇਸ m ਤੋਂ ਇੱਕ ਵੈਕਟਰ ਪ੍ਰਾਪਤ ਕਰਾਂਗੇ ਕਿਉਂਕਿ ਇਸ ਵਿੱਚ m ਕੰਪੋਨੈਂਟ ਹੋਵੇਗਾ, ਅਤੇ ਇਸ ਲਈ ਇਹ ਵੈਕਟਰ Rm ਨਾਲ ਸੰਬੰਧਿਤ ਹੋਵੇਗਾ। ਇਸ ਲਈ ਜਦੋਂ ਸਾਡੇ ਕੋਲ m ਕਰੋਸ n ਆਰਡਰ ਦਾ ਇੱਕ ਮੈਟ੍ਰਿਕਸ ਹੁੰਦਾ ਹੈ ਅਤੇ ਜੇਕਰ ਅਸੀਂ Rn ਤੋਂ ਵੈਕਟਰ ਨੂੰ ਮਲਟੀਪਲਾਈ ਕਰਦੇ ਹਾਂ ਤਾਂ ਇਹ Rm ਸਪੇਸ ਵਿੱਚ ਇੱਕ x ਵੈਕਟਰ ਹੋਵੇਗਾ। ਇਸ ਲਈ ਆਰਡਰ ਦੀਆਂ ਸਾਰੀਆਂ ਮੈਟ੍ਰਿਸਿਜ਼ ਇਸ m ਕਰੋਸ n ਨੂੰ ਅਸੀਂ ਇੱਕ ਲੀਨੀਅਰ ਮੈਪ ਦੇ ਤੌਰ ਤੇ ਸੋਚ ਸਕਦੇ ਹਾਂ ਕਿ ਅਜਿਹੇ ਮੈਟ੍ਰਿਸਿਜ਼ ਦੇ ਚੰਗੀਆਂ ਪ੍ਰਾਪਰਟੀਜ਼ ਦੇ ਕਾਰਨ ਲੀਨੀਅਰ ਮੈਪ ਕਿਉਂ ਹੈ। ਇਸ ਲਈ ਪਹਿਲਾਂ ਜੋ ਅਸੀਂ ਦੇਖਿਆ ਹੈ ਉਹ ਇਹ x ਕੁਝ ਨਹੀਂ ਹੈ, ਪਰ ਇਹ ਹੁਣ ਐਲੀਮੈਂਟ ਇਸ x ਦੀ ਮੈਪਿੰਗ ਕਰ ਰਿਹਾ ਹੈ ਜੋ Rn ਤੋਂ ਸੀ, ਅਤੇ ਇਹ ਸਾਨੂੰ ਇਸ Rm ਵਿੱਚ ਇਸ y ਵਿੱਚ ਇੱਕ ਐਲੀਮੈਂਟ ਦੇ ਰਿਹਾ ਹੈ। ਇਸ ਲਈ ਇਹ Rn ਤੋਂ Rm ਤੱਕ ਮੈਪ ਕਰਦਾ ਹੈ। ਇਹ ਸਪਸ਼ਟ ਹੈ, ਅਤੇ ਇਹ ਲੀਨੀਅਰ ਪ੍ਰਾਪਰਟੀ ਉਹ ਦੋ ਪ੍ਰਾਪਰਟੀਜ਼ ਹਨ। ਜਦੋਂ ਅਸੀਂ ਇਹ ਤੇ u ਪਲਸ v ਅਪਲਾਈ ਕਰਦੇ ਹਾਂ ਤਾਂ u ਅਤੇ v ਉਹ ਇਸ Rn ਦੇ ਤੱਤ ਹਨ। ਇਸ ਲਈ ਜਦੋਂ ਅਸੀਂ ਇਸ u ਪਲਸ v ਉੱਤੇ ਇਹ ਲਾਗੂ ਕਰਦੇ ਹਾਂ ਤਾਂ ਸਾਨੂੰ ਕੀ ਮਿਲੇਗਾ? ਇਹ ਮੈਟ੍ਰਿਕਸ ਦੀ ਆਪਣੀ ਪ੍ਰਾਪਰਟੀ ਹੈ। ਇਸ ਲਈ ਇਹ u ਪਲਸ av ਅਤੇ ਇਹ ਉਹ ਹੈ ਜੋ ਅਸੀਂ ਲੀਨੀਅਰ ਮੈਪ ਦੀ ਭਾਲ ਕਰ ਰਹੇ ਸੀ। ਇਹ ਉਹਨਾਂ ਪ੍ਰਾਪਰਟੀਜ਼ ਵਿੱਚੋਂ ਇੱਕ ਹੈ ਜੋ ਲੀਨੀਅਰ ਮੈਪ ਲਈ ਸੰਤੁਸ਼ਟ ਹੋਣੀ ਚਾਹੀਦੀ ਹੈ, ਅਤੇ ਦੂਜੀ ਜੋ ਕਿ ਇਹ ਟਾਈਮਸ ਲੈਂਬਡਾ u ਹੈ। ਇਸ ਲਈ ਇਹ ਟਾਈਮਸ ਲੈਂਬਡਾ u ਲੈਂਬਡਾ ਟਾਈਮਸ ਇਹ u ਦੇ ਇਕੁਅਲ ਹੋਣਾ ਚਾਹੀਦਾ ਹੈ, ਅਤੇ ਇਹ ਮੈਟ੍ਰਿਕਸ ਦੀ ਇੱਕ ਹੋਰ ਪ੍ਰਾਪਰਟੀ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਵੈਰੀਫਾਈ ਕਰ ਸਕਦੇ ਹਾਂ ਜੇਕਰ ਅਸੀਂ ਚਾਹੁੰਦੇ ਹਾਂ ਕਿ ਆਰਡਰ m ਕਰੋਸ n ਦੇ ਇਹ ਮੈਟ੍ਰਿਕਸ ਲਈ ਲੀਨੀਅਰ ਮੈਪਿੰਗ ਦੀਆਂ ਦੋਵੇਂ ਪ੍ਰਾਪਰਟੀਜ਼ ਸੰਤੁਸ਼ਟ ਹਨ। ਇਸ ਲਈ
ਹਰ m ਕਰੋਸ n ਮੈਟ੍ਰਿਕਸ ਮੈਪਸ ਅਤੇ ਇਹਨਾਂ ਮੈਟ੍ਰਿਸਿਸ ਦੀਆਂ ਇਹ ਐਂਟਰੀਜ਼ ਬੇਸ਼ੱਕ ਰੀਅਲ ਹਨ, ਫਿਰ ਇਹ ਇੱਕ ਐਲੀਮੈਂਟ ਨੂੰ Rn ਤੋਂ Rm ਵਿੱਚ ਇੱਕ ਐਲੀਮੈਂਟ ਤੱਕ ਮੈਪ ਕਰਦਾ ਹੈ। ਇਸ ਲਈ ਇਹ ਇੱਕ ਹੋਰ ਮਹੱਤਵਪੂਰਨ ਪੁਆਇੰਟ ਹੈ ਜਿਸ ਬਾਰੇ ਅਸੀਂ ਅੱਗੇ ਖੋਜ ਕਰਾਂਗੇ ਇਸ ਲੈਕਚਰ ਵਿੱਚ ਕਿ ਇਹ ਮੈਟ੍ਰਿਸਿਸ ਇੱਕ ਲੀਨੀਅਰ ਮੈਪ ਤੋਂ ਇਲਾਵਾ ਕੁਝ ਨਹੀਂ ਹਨ। ਇਸ ਲਈ ਇੱਥੇ ਉਦਾਹਰਨ ਲਈ ਅਸੀਂ ਇਹ f ਵੇਖਦੇ ਹਾਂ ਜੋ R2 ਤੋਂ R3 ਨੂੰ ਮੈਪ ਕਰਦਾ ਹੈ ਅਤੇ ਇਸ ਦੁਆਰਾ ਇੱਕ ਰਿਲੇਸ਼ਨ ਦਿੱਤਾ ਗਿਆ ਹੈ ਕਿ f ਇੱਕ ast ਨੂੰ R2 ਵਿੱਚ ਪੁਆਇੰਟ ਨੂੰ ਲੈਂਦਾ ਹੈ ਅਤੇ ਇਹ ਇੱਥੇ ਇਸ R3 ਵਿੱਚ 2s ਪਲੱਸ 3t -s ਪਲੱਸ 5t ਅਤੇ 4s ਮਾਈਨਸ 3t ਇੱਕ ਐਲੀਮੈਂਟ ਦਿੰਦਾ ਹੈ। ਇਸ ਲਈ ਇਹ f ਇੱਕ ਲੀਨੀਅਰ ਮੈਪ ਹੈ ਅਤੇ ਇਹ ਕਿ ਸਾਨੂੰ ਇਸ ਦੀ ਜਾਂਚ ਕਰਨੀ ਪਵੇਗੀ ਅਤੇ ਜਾਂਚ ਕਰਨ ਦਾ ਇੱਕ ਤਰੀਕਾ ਇਹ ਹੋਵੇਗਾ ਕਿ ਅਸੀਂ R2 ਤੋਂ ਦੋ ਐਲੀਮੈਂਟ ਲੈਂਦੇ ਹਾਂ ਅਤੇ ਫਿਰ C ਭਾਵੇਂ ਇਹ f ਜਦੋਂ ਇਸ u ਪਲੱਸ v ਤੇ ਲਾਗੂ ਹੁੰਦਾ ਹੈ ਤਾਂ ਸਾਨੂੰ f u ਪਲੱਸ f v ਦਿੰਦਾ ਹੈ ਅਤੇ ਦੂਜੀ ਕੰਡੀਸ਼ਨ ਕਿ f ਇੱਕ ਲੈਂਬਡਾ u ਇਕੁਅਲ ਲੈਂਬਡਾ ਟਾਈਮ f u ਹੈ। ਇਸ ਲਈ ਅਸੀਂ ਇਸ ਮੈਪ ਤੇ ਉਹਨਾਂ ਦੋਵਾਂ ਕੰਡੀਸ਼ਨਜ਼ ਨੂੰ ਵੱਖਰੇ ਤੌਰ ਤੇ ਚੈੱਕ ਕਰ ਸਕਦੇ ਹਾਂ। ਦੂਜੀ ਸੰਭਾਵਨਾ ਕਿ ਅਸੀਂ ਅਸਲ ਵਿੱਚ ਇੱਥੇ ਕੀ ਦੇਖਾਂਗੇ ਕਿ ਇਹ fst ਅਸੀਂ ਇੱਥੇ ਇਹ ਵੀ ਲਿਖ ਸਕਦੇ ਹਾਂ ਕਿ ਇਸ ਪਹਿਲੇ ਕੰਪੋਨੈਂਟ ਤੋਂ ਅਸੀਂ ਇਸ ਨੂੰ s ਕੱਢ ਸਕਦੇ ਹਾਂ ਅਤੇ ਫਿਰ ਸਾਡੇ ਕੋਲ 2-1 ਅਤੇ 4 2-1 ਅਤੇ 4 ਅਤੇ ਪਲੱਸ at ਅਸੀਂ ਕਾਮਨ ਲੈ ਸਕਦੇ ਹਾਂ ਅਤੇ ਫਿਰ ਸਾਡੇ ਕੋਲ 3-5-3 ਹਨ। ਇਸ ਲਈ ਇੱਥੇ ਇਸ ਦੋ ਵੈਕਟਰਾਂ ਦਾ ਜੋੜ ਬਿਲਕੁਲ ਇੱਥੇ ਦਿੱਤੇ ਗਏ ਵੈਕਟਰ ਹਨ ਜੋ ਇਹ f ਇਸ ਦਿੱਤੇ ਗਏ ਵੈਕਟਰਾਂ ਨਾਲ ਇਸ ਨੂੰ ਮੈਪ ਕਰਦਾ ਹੈ। ਇੱਥੇ ਸਾਡੇ ਕੋਲ ਬਿਲਕੁਲ ਉਹੀ ਵੈਕਟਰ ਹੈ ਪਰ ਅਸੀਂ ਦੋ ਵੈਕਟਰਾਂ ਵਿੱਚ ਟੁੱਟ ਗਏ ਹਾਂ ਅਤੇ ਹੁਣ ਇਹ ਜੇਕਰ ਅਸੀਂ ਮੈਟ੍ਰਿਕਸ ਦੀਆਂ ਪ੍ਰਾਪਰਟੀਜ਼ ਨੂੰ ਯਾਦ ਕਰਦੇ ਹਾਂ ਜੋ ਅਸੀਂ ਇਸ ਨੂੰ ਮੈਟ੍ਰਿਕਸ ਵੈਕਟਰ ਮਲਟੀਪਲੀਕੇਸ਼ਨ ਦੇ ਰੂਪ ਵਿੱਚ ਰੱਖ ਸਕਦੇ ਹਾਂ ਕਿਉਂਕਿ f ਨੂੰ ਇਸ ਕਾਲਮ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ ਇੱਥੇ t ਨੂੰ ਇਸ ਕਾਲਮ ਨਾਲ ਮਲਟੀਪਲਾਈ ਕੀਤਾ ਜਾਂਦਾ ਹੈ ਅਤੇ ਇਹ ਬਿਲਕੁਲ ਮੈਟ੍ਰਿਕਸ ਵੈਕਟਰ ਮਲਟੀਪਲੀਕੇਸ਼ਨ ਦੀ ਪ੍ਰਾਪਰਟੀ ਹੈ। ਇਸ ਲਈ ਜੇਕਰ ਅਸੀਂ ਇਹਨਾਂ ਦੋ ਕਾਲਮਾਂ ਨੂੰ ਮੈਟ੍ਰਿਕਸ ਦੇ ਪਹਿਲੇ ਅਤੇ ਦੂਜੇ ਕਾਲਮ ਦੇ ਰੂਪ ਵਿੱਚ ਰੱਖਦੇ ਹਾਂ ਅਤੇ ਫਿਰ ਉੱਥੇ ਇਹ st ਦੁਬਾਰਾ ਇੱਕ ਕਾਲਮ ਵੈਕਟਰ ਨਹੀਂ ਹੈ। ਇਸ ਲਈ ਉਹ ਮਲਟੀਪਲੀਕੇਸ਼ਨ ਜੋ ਇਸ ਵੈਕਟਰ ਨੂੰ ਇਸ s ਟਾਈਮਸ ਨੂੰ ਪਲੱਸ t ਟਾਈਮਸ ਦਿੰਦਾ ਹੈ ਇਸ ਵੈਕਟਰ ਦਾ ਅਰਥ ਹੈ ਕਿ ਅਸੀਂ ਇਸ ਨੂੰ ਇਸ ਮੈਟ੍ਰਿਕਸ ਦੇ ਰੂਪ ਵਿੱਚ ਲਿਖ ਸਕਦੇ ਹਾਂ ਜਿਸਦੇ ਕਾਲਮ ਇਹ ਦਿੱਤੇ ਗਏ ਵੈਕਟਰ ਹਨ 2-1 4 ਅਤੇ 3-5 -3 ਅਤੇ st ਨੂੰ ਅਸੀਂ ਉੱਥੇ ਕਾਲਮ ਵੈਕਟਰ ਦੇ ਤੌਰ ਤੇ ਦੁਬਾਰਾ ਰੱਖ ਸਕਦੇ ਹਾਂ। ਇਸ ਲਈ ਇਹ ਬਿਲਕੁਲ ਉਦੋਂ ਹੁੰਦਾ ਹੈ ਜਦੋਂ ਅਸੀਂ ਇਸ ਪ੍ਰੋਡਕਟ ਨੂੰ ਇੱਥੇ ਟਾਈਮਸ s ਪਲੱਸ 3t ਤੱਕ ਦੇਖਦੇ ਹਾਂ ਜੋ ਇੱਥੇ ਪਹਿਲੇ ਮੈਂਬਰ -s ਪਲੱਸ 5t ਹੈ ਜੋ ਕਿ ਦੂਜਾ ਮੈਂਬਰ ਹੈ ਅਤੇ 4s ਪਲੱਸ ਮਾਈਨਸ ਇਹ 3t ਜੋ ਕਿ ਤੀਜਾ ਹੈ। ਇਸ ਲਈ ਇਹ ਦਿੱਤੀ ਗਈ ਮੈਪਿੰਗ ਹੈ ਮੈਟ੍ਰਿਕਸ ਦੇ ਇਸ ਦੁਆਰਾ ਬਿਲਕੁਲ ਪਰਿਭਾਸ਼ਿਤ 2-3-1-5-4-3 ਹਨ। ਇਸ ਲਈ ਇਹ f ਦਿੱਤਾ ਗਿਆ ਮੈਪ ਇੱਥੇ ਇਸ ਮੈਟ੍ਰਿਕਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਅਤੇ ਫਿਰ ਅਸੀਂ ਕੀ ਦੇਖਿਆ ਹੈ ਕਿ ਇਹ ਮੈਟ੍ਰਿਸਿਸ ਆਰ ਲੀਨੀਅਰ ਮੈਪ ਹਨ। ਇਸ ਲਈ ਸਾਨੂੰ ਹੋਰ ਕਿਸੇ ਚੀਜ਼ ਦੀ ਜਾਂਚ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਇਸ ਨੂੰ ਮੈਟ੍ਰਿਕਸ ਦੇ ਟਰਮਜ਼ ਵਿੱਚ ਇਸ ਤਰ੍ਹਾਂ ਲਿਖ ਸਕਦੇ ਹਾਂ ਅਤੇ ਇਸ ਲਈ ਇਹ ਇੱਕ ਲੀਨੀਅਰ ਮੈਪ ਹੋਣਾ ਚਾਹੀਦਾ ਹੈ। ਇਸ ਲਈ ਇਸ ਦੀ ਫੰਡਾਮੈਂਟਲ ਡੈਰੀਵੇਟਿਵ ਤੋਂ ਬਿਨਾਂ ਇਹ ਦਰਸਾਉਣ ਲਈ ਕਿ ਇਹ ਲੀਨੀਅਰ ਮੈਪ ਹੈ ਅਸੀਂ ਇਸ ਤਰੀਕੇ ਨਾਲ ਲਿਆ ਹੈ ਕਿ ਅਸੀਂ ਇਸ ਨੂੰ ਇੱਕ ਮੈਟ੍ਰਿਕਸ ਮੈਪ ਦੇ ਰੂਪ ਵਿੱਚ ਦਰਸਾ ਸਕਦੇ ਹਾਂ ਅਤੇ ਇਸ ਲਈ ਇਹ f ਇੱਕ ਲੀਨੀਅਰ ਮੈਪ ਹੈ ਕਿਉਂਕਿ ਅਸੀਂ ਮੈਟ੍ਰਿਕਸ ਦੇ ਟਰਮਜ਼ ਵਿੱਚ ਲਿਖਿਆ ਹੈ ਅਤੇ ਮੈਟ੍ਰਿਸਿਸ ਲੀਨੀਅਰ ਮੈਪਸ ਹਨ। ਇਸ ਲਈ ਇੱਥੇ ਇੱਕ ਹੋਰ ਪੁਆਇੰਟ ਦੀ ਚਰਚਾ ਕੀਤੀ ਜਾਣੀ ਹੈ ਜਿਸ ਨੂੰ ਇੱਕ ਲੀਨੀਅਰ ਮੈਪਿੰਗ ਦਾ ਕਰਨਲ ਅਤੇ ਇਮੇਜ ਕਿਹਾ ਜਾਂਦਾ ਹੈ ਅਤੇ ਇਹ f ਨੂੰ ਦੁਬਾਰਾ ਇੱਕ ਲੀਨੀਅਰ ਮੈਪ ਬਣਾਉਂਦੇ ਹਨ ਐਲੀਮੈਂਟਸ ਨੂੰ x ਤੋਂ y ਵਿੱਚ ਐਲੀਮੈਂਟਸ ਤੱਕ ਮੈਪ ਕਰਦਾ ਹੈ ਅਤੇ ਕਰਨਲ f ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਕਰਨਲ f ਦੀ ਪਰਿਭਾਸ਼ਾ ਵੈਕਟਰ ਸਪੇਸ x ਤੋਂ x ਐਲੀਮੈਂਟਸ ਦੇ ਐਲੀਮੈਂਟਸ ਹਨ ਜਿਵੇਂ ਕਿ ਉਹ y ਤੋਂ ਐਲੀਮੈਂਟ ਨਾਲ ਮੈਪ ਕਰਦੇ ਹਨ। ਇਸ ਲਈ ਇਹ ਇੱਥੇ ਕਰਨਲ ਹੈ। ਇਸ ਲਈ ਸਾਡੇ ਕੋਲ ਇਹ ਵੈਕਟਰ ਸਪੇਸ x ਹੈ ਸਾਡੇ ਕੋਲ ਇਹ ਵੈਕਟਰ ਸਪੇਸ y ਹੈ ਅਤੇ ਕਰਨਲ ਕੀ ਹੈ ਅਸੀਂ ਇਹਨਾਂ ਸਾਰੇ ਪੋਨੈਂਟਸ ਨੂੰ ਇੱਥੇ x ਵਿੱਚ ਇਕੱਠਾ ਕਰਾਂਗੇ ਅਤੇ ਜੇਕਰ ਉਹ ਇਸ ਸਿਫਰ ਐਲੀਮੈਂਟ ਨੂੰ y ਵਿੱਚ ਮੈਪ ਕਰਦੇ ਹਨ ਤਾਂ ਸੈਟ ਕੀਤਾ ਜਾਂਦਾ ਹੈ।
ਇਸ ਮੈਪਿੰਗ ਦੇ ਕਰਨਲ ਨੂੰ f ਕਿਹਾ ਜਾਵੇਗਾ ਤਾਂ ਇਹ x ਵਿੱਚ ਸਾਰੇ ਤੱਤਾਂ ਦੇ f ਦੇ ਕਰਨਲ ਦੀ ਪਰਿਭਾਸ਼ਾ ਹੈ, ਜੋ y ਵਿੱਚ ਸਿਫਰ ਐਲੀਮੈਂਟ ਨੂੰ ਮੈਪ ਕਰਦੇ ਹਨ। ਕੁਦਰਤੀ ਤੌਰ ਤੇ ਸਿਫਰ ਐਲੀਮੈਂਟ ਉੱਥੇ ਹੋਣਾ ਚਾਹੀਦਾ ਹੈ, ਕਿਉਂਕਿ ਲੀਨੀਅਰ ਮੈਪ ਲਈ ਸਿਫਰ ਨੂੰ ਸਿਫਰ ਨਾਲ ਮੈਪ ਕਰਨਾ ਚਾਹੀਦਾ ਹੈ। ਇਸ ਲਈ ਯਕੀਨੀ ਤੌਰ ਤੇ ਇਸ ਕਰਨਲ ਵਿੱਚ ਸਿਫਰ ਹੋਵੇਗਾ, ਪਰ ਇੱਥੇ ਇਸ ਕਰਨਲ ਵਿੱਚ ਸਿਫਰ ਐਲੀਮੈਂਟਸ ਤੋਂ ਇਲਾਵਾ ਹੋਰ ਵੀ ਕਈ ਐਲੀਮੈਂਟ ਹੋ ਸਕਦੇ ਹਨ। ਇੱਕ ਹੋਰ ਹੈ ਜਿਸਨੂੰ ਇਮੇਜ ਕਿਹਾ ਜਾਂਦਾ ਹੈ। f ਦੀ ਇਮੇਜ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ ਕਿ y ਵੈਕਟਰ ਸਪੇਸ ਦੇ ਤੱਤ y ਉਹ ਐਲੀਮੈਂਟ ਜਿੱਥੇ x ਵਿੱਚ x ਮੌਜੂਦ ਹੈ ਜਿਸ ਲਈ f x y ਹੈ। ਇਸ ਲਈ ਅਸੀਂ ਬਿਲਕੁਲ ਇਹ ਉਹ ਇਮੇਜ ਹਾਂ ਜਿਸ ਬਾਰੇ ਅਸੀਂ ਆਮ ਤੌਰ ਤੇ ਚਰਚਾ ਕਰਦੇ ਹਾਂ, ਜਿਸ ਬਾਰੇ ਅਸੀਂ ਇੱਥੇ ਕੰਸੀਡਰ ਕਰਦੇ ਹਾਂ ਤਾਂ ਜੋ ਅਸੀਂ ਸਿਰਫ y ਦੇ ਉਹਨਾਂ ਤੱਤਾਂ ਨੂੰ ਇਕੱਠਾ ਕਰਾਂਗੇ ਜੋ ਇਸ x ਤੋਂ ਕੁਝ ਐਲੀਮੈਂਟਸ ਦੇ ਮੈਪ ਹਨ। ਠੀਕ ਹੈ, ਇਸ ਲਈ ਇਸ ਦੋ ਪਰਿਭਾਸ਼ਾਵਾਂ ਦੇ ਨਾਲ ਕਰਨਲ f ਅਤੇ ਇਮੇਜ f ਹਨ। ਅਸੀਂ ਇਸ ਸਧਾਰਨ ਉਦਾਹਰਣ ਨੂੰ ਵੇਖਦੇ ਹਾਂ ਜੋ ਕਿ f x y z ਇਹ ਦੁਬਾਰਾ ਇੱਕ ਪ੍ਰੋਜੈਕਸ਼ਨ ਮੈਪ ਹੈ। ਇਸ ਲਈ ਇਹ ਇੱਥੇ R3 ਵਿੱਚ ਕੋਈ ਵੀ ਐਲੀਮੈਂਟ ਇਸ ਪੁਆਇੰਟ ਨੂੰ xy ਪਲੇਨ ਵਿੱਚ ਮੈਪ ਕਰਦਾ ਹੈ ਜੋ ਕਿ y ਸਿਫਰ ਹੈ। ਇਸ ਲਈ ਇਮੇਜ f ਕੀ ਹੈ? ਇਸ ਲਈ ਇਮੇਜ f ਅਸੀਂ y ਵਿੱਚ ਉਹਨਾਂ ਸਾਰੇ ਐਲੀਮੈਂਟਸ ਲਈ ਕੀ ਲੱਭ ਰਹੇ ਹਾਂ ਜਿਨ੍ਹਾਂ ਦੀ ਪ੍ਰੀ-ਇਮੇਜ x ਦੇ ਵਿੱਚ ਹੈ। ਇਸ ਦਾ ਮਤਲਬ ਹੈ ਕਿ ਸਾਰੇ ਪੋਨੈਂਟ R3 ਵਿੱਚ ਇੱਕ BC ਹੈ, ਜਿਸ ਦਾ ਤੀਜਾ ਕੰਪੋਨੈਂਟ ਸਿਫਰ ਹੈ ਕਿਉਂਕਿ ਉਹ y ਦੇ ਕੈਂਡੀਡੇਟ ਹਨ, ਅਤੇ ਇਸ ਦੇ ਅਨੁਸਾਰੀ ਹਨ। ਜਦੋਂ AC ਸਿਫਰ ਹੁੰਦਾ ਹੈ ਤਾਂ SX ਵਿੱਚ ਅਨੁਸਾਰੀ ਐਲੀਮੈਂਟ ਵੀ ਹੁੰਦਾ ਹੈ, ਅਤੇ ਇਹ ਕੁਝ ਨਹੀਂ ਹੈ ਪਰ A ਅਤੇ B ਹੈ। ਇਸ ਲਈ ਇੱਥੇ ਇਸ ਮੈਪਿੰਗ ਦੀ ਇਮੇਜ ਕੁਝ ਵੀ ਨਹੀਂ ਹੈ। ਪਰ ਸਾਰੇ ਬਿੰਦੂ A B C ਜਿਨ੍ਹਾਂ ਦਾ ਤੀਜਾ ਕੰਪੋਨੈਂਟ ਸਿਫਰ ਹੈ ਭਾਵ A ਅਤੇ B ਲਈ ਸਾਰੇ ਪੋਨੈਂਟ A B ਸਿਫਰ ਇਹ ਦੁਬਾਰਾ ਰੀਅਲ ਨੰਬਰ ਨਾਲ ਸੰਬੰਧਿਤ ਹਨ। ਇਸ ਲਈ ਇਹ ਇੱਥੇ ਇਮੇਜ ਹੈ। ਅਤੇ ਜਦੋਂ ਅਸੀਂ ਇੱਥੇ ਸਾਰੇ ਪੁਆਇੰਟ ਸੈੱਟ ਕਰਦੇ ਹਾਂ ਜਿੱਥੇ ਇਹ ਤੀਜਾ ਕੰਪੋਨੈਂਟ ਸਿਫਰ ਹੈ, ਇਹ ਕੁਝ ਵੀ ਨਹੀਂ ਹੈ ਪਰ XY ਪਲੇਨ ਹੈ। ਇਸ ਲਈ ਇਮੇਜ, ਜਿਵੇਂ ਕਿ ਅਸੀਂ ਪਹਿਲਾਂ ਹੀ ਚਰਚਾ ਕੀਤੀ ਹੈ, ਇਹ ਮੈਪਿੰਗ ਕੁਝ ਵੀ ਨਹੀਂ ਹੈ ਪਰ ਇਹ ਉਸ ਪੁਆਇੰਟ ਨੂੰ ਮੈਪ ਕਰਦਾ ਹੈ ਜਿਸ ਵਿੱਚ XY ਪਲੇਨ ਤੋਂ 3 ਹਨ। ਅਤੇ ਇਹ ਬਿਲਕੁਲ ਪ੍ਰੋਜੈਕਸ਼ਨ ਮੈਪ ਹੈ। ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ, ਅਤੇ ਇਸ ਲਈ ਇਹ ਇਮੇਜ ਕੁਝ ਵੀ ਨਹੀਂ ਹੈ ਪਰ ਇਹ XY ਪਲੇਨ ਹੈ, ਕਿਉਂਕਿ ਇਹ ਬਿੰਦੂ ਨੂੰ ਸਿਰਫ XY ਪਲੇਨ ਨਾਲ ਮੈਪ ਕਰਦਾ ਹੈ। ਇਸ ਲਈ ਇਮੇਜ ਉੱਥੇ XY ਪਲੇਨ ਵਿੱਚ ਹੈ। ਕਰਨਲ ਸਾਰੇ X ਤੋਂ ਉਹ ਪੁਆਇੰਟ ਹਨ ਜਿਨ੍ਹਾਂ ਦਾ ਮੈਪ ਸਿਫਰ ਹੈ, ਉਹ ਸਿਫਰ ਦਾ ਮੈਪ ਬਣਾਉਂਦੇ ਹਨ। ਇਸ ਲਈ ਇੱਥੇ ਇਸ ਲੀਨੀਅਰ ਮੈਪ ਦੀ ਪਰਿਭਾਸ਼ਾ ਅਨੁਸਾਰ ਇੱਥੇ ਕੋਈ ਵੀ ਪੁਆਇੰਟ XY Z ਹੈ। ਇਹ XY ਤੇ ਮੈਪ ਕਰਦਾ ਹੈ ਅਤੇ ਸਿਫਰ ਤੀਜੇ ਨੂੰ ਸਿਫਰ ਤੇ ਸੈੱਟ ਕੀਤਾ ਜਾਵੇਗਾ। ਇਸ ਲਈ ਅਸੀਂ ਉਹ ਸਾਰੇ ਐਲੀਮੈਂਟ ਚਾਹੁੰਦੇ ਹਾਂ। X ਵਿੱਚ ਉਹ ਐਲੀਮੈਂਟਸ ਕਿਹੜੇ ਹਨ ਜਿਨ੍ਹਾਂ ਦਾ ਐਲੀਮੈਂਟ ਇੱਕ ਸਿਫਰ ਐਲੀਮੈਂਟ ਵਜੋਂ ਹੈ। ਇਸ ਲਈ ਜੇਕਰ ਅਸੀਂ ਇੱਥੇ A ਅਤੇ B ਸਿਫਰ ਨਾਲ ਇੱਕ ਪੁਆਇੰਟ ਲੈਂਦੇ ਹਾਂ, ਇਸ ਲਈ ਅਤੇ B ਸਿਫਰ ਫਿਰ, ਅਤੇ ਜਦੋਂ ਅਸੀਂ ਇਸ ਨੂੰ ਲਾਗੂ ਕਰਦੇ ਹਾਂ ਤਾਂ ਪੁਆਇੰਟ ਇੱਥੇ ਹੈ। ਜੇਕਰ ਅਸੀਂ ਇਸ ਮੈਪ ਨੂੰ ਕਿੱਥੇ ਜਾਂ ਕਿਸੇ ਐਲੀਮੈਂਟ ਤੇ ਲਾਗੂ ਕਰਦੇ ਹਾਂ ਜਿੱਥੇ ਅਸੀਂ ਇਹ ਪਹਿਲਾ ਸਿਫਰ ਅਤੇ ਦੂਜਾ ਕੰਪੋਨੈਂਟ ਸਿਫਰ ਲਿਆ ਹੈ, ਇਸ ਲਈ ਇਹ ਕੁਝ ਵੀ ਨਹੀਂ ਹੋਵੇਗਾ ਪਰ ਇਹ ਸਿਫਰ 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 ਐਲੀਮੈਂਟ ਹੋਵੇਗਾ। ਇਸ ਲਈ ਇਸ R3 ਵਿੱਚ ਇੱਕ ਸਿਫਰ ਐਲੀਮੈਂਟ ਹੈ। ਇਸ ਲਈ ਅਸੀਂ ਇਸ R3 ਵਿੱਚ ਉਹਨਾਂ ਪੁਆਇੰਟਸ ਦੀ ਭਾਲ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਐਲੀਮੈਂਟ ਉਹਨਾਂ ਦੀ ਇਮੇਜ ਕੁਝ ਵੀ ਨਹੀਂ ਹੈ ਪਰ Y ਵਿੱਚ ਸਿਫਰ ਐਲੀਮੈਂਟ ਤਾਂ ਇਹ ਇਸ ਮੈਪਿੰਗ ਦਾ ਕਰਨਲ ਬਣ ਜਾਵੇਗਾ। ਅਤੇ ਇਹ ਬਿਲਕੁਲ Z ਧੁਰਾ ਹੈ ਕਿਉਂਕਿ Z ਧੁਰੇ ਤੇ ਧੁਰਾ ਸਿਫਰ ਅਤੇ Y ਸਿਫਰ ਹੈ। ਇਸ ਲਈ ਪੂਰੇ Z ਧੁਰੇ ਨੂੰ R3 ਵਿੱਚ ਇਸ ਸਿਫਰ ਐਲੀਮੈਂਟ ਨਾਲ ਮੈਪ ਕੀਤਾ ਜਾਵੇਗਾ ਅਤੇ ਇਹ ਇੱਥੇ ਕੁਦਰਤੀ ਹੈ ਕਿਉਂਕਿ ਇਹ Z ਧੁਰਾ ਜਦੋਂ ਅਸੀਂ Z ਧੁਰੇ ਦਾ ਪ੍ਰੋਜੈਕਸ਼ਨ ਲੈਂਦੇ ਹਾਂ ਜੋ ਕਿ ਕੁਝ ਵੀ ਨਹੀਂ ਹੈ ਪਰ origin ਹੈ, ਜਿਸ ਦਾ ਅਰਥ ਹੈ R3 ਵਿੱਚ ਇੱਕ ਐਲੀਮੈਂਟ ਹੈ। ਇਸ ਲਈ ਇੱਥੇ ਇਮੇਜ XY ਪਲੇਨ ਹੈ ਅਤੇ f ਦਾ ਕਰਨਲ Z ਧੁਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਕਿਉਂਕਿ ਸਾਰਾ Z ਧੁਰਾ ਇਸ origin ਲਈ ਮੈਪ ਕਰ ਰਿਹਾ ਹੈ, ਅਤੇ ਇਮੇਜ ਦਾ ਇੱਥੇ ਮਤਲਬ ਹੈ ਕਿ XY ਪਲੇਨ ਵਿੱਚ ਸਾਰੇ ਬਿੰਦੂ ਇਸ ਮੈਪਿੰਗ ਦੇ ਇਮੇਜ ਹਨ। ਇਸ ਲਈ ਇੱਥੇ ਇੱਕ ਵਧੀਆ ਥਿਓਰਮ ਹੈ ਕਿ f x ਤੋਂ y ਇੱਕ ਲੀਨੀਅਰ ਮੈਪਿੰਗ ਹੋਵੇ ਫਿਰ f ਦਾ ਕਰਨਲ ਹੈ ਤਾਂ f ਦਾ ਇਹ ਕਰਨਲ ਅਤੇ X ਦਾ ਸਬ ਸਪੇਸ ਹੈ ਅਤੇ f ਦੀ ਇਮੇਜ ਵੀ X ਦਾ ਸਬ ਸਪੇਸ ਹੈ।
ਇਸ ਲਈ ਅਸੀਂ ਇੱਥੇ ਰਸਮੀ ਤੌਰ ਤੇ ਇਸ ਨੂੰ ਸਾਬਿਤ ਨਹੀਂ ਕਰਨ ਜਾ ਰਹੇ ਹਾਂ ਕਿ ਇਹ ਕਰਨਲ ਦੀ ਪਰਿਭਾਸ਼ਾ ਦੇ ਅਨੁਸਾਰ ਬਹੁਤ ਸਰਲ ਹੈ। ਅਤੇ ਇਹ ਇਮੇਜ ਅਸੀਂ ਸੋਚ ਸਕਦੇ ਹਾਂ ਕਿ ਉਹ ਇੱਕ ਸਬ ਸਪੇਸ ਬਣਾਉਣਗੇ। ਕਿਉਂਕਿ ਕਰਨਲ ਕੁਝ ਨਹੀਂ ਸੀ ਪਰ ਇੱਥੇ ਸਾਰੇ ਤੱਤ ਜੋ ਸਿਫਰ ਤੇ ਮੈਪ ਹਨ। ਇਸ ਲਈ ਸਾਨੂੰ ਮੂਲ ਰੂਪ ਵਿੱਚ ਸਬ ਸਪੇਸ ਦੀਆਂ ਉਹਨਾਂ ਨਜ਼ਦੀਕੀ ਪ੍ਰਾਪਰਟੀਜ਼ ਨੂੰ ਦੇਖਣਾ ਪਵੇਗਾ। ਇਸ ਲਈ ਜੇਕਰ ਅਸੀਂ ਕੋਈ ਦੋ ਐਲੀਮੈਂਟ ਲੈਂਦੇ ਹਾਂ, ਅਤੇ ਉਹ ਸਿਫਰ ਤੇ ਮੈਪ ਕਰਦੇ ਹਨ ਤਾਂ ਉਹਨਾਂ ਦਾ ਜੋੜ ਵੀ ਸਿਫਰ ਤੇ ਮੈਪ ਕਰੇਗਾ, ਇਸ ਲਈ ਇਹ ਜੋੜ ਵੀ ਇੱਥੇ ਉਸੇ ਕਰਨਲ ਨਾਲ ਸੰਬੰਧਿਤ ਹੋਵੇਗਾ। ਅਤੇ ਇਸੇ ਤਰ੍ਹਾਂ ਇਮੇਜ ਲਈ ਵੀ ਅਸੀਂ ਬਿਲਕੁਲ ਉਸੇ ਕੰਸੀਡਰੇਸ਼ਨ ਦੀ ਤਰ੍ਹਾਂ ਕੰਸੀਡਰ ਕਰ ਸਕਦੇ ਹਾਂ। ਤਾਂ ਇੱਥੇ ਪੁਆਇੰਟ ਇਹ ਹੈ ਕਿ ਕਰਨਲ ਹੈ ਅਤੇ ਇਮੇਜ ਉਹ ਸਬ ਸਪੇਸ ਬਣਾਉਂਦੇ ਹਨ। ਅਤੇ ਇੱਕ ਹੋਰ ਵਧੀਆ ਥਿਓਰਮ ਹੈ ਜੋ ਬਾਅਦ ਵਿੱਚ ਵਰਤਿਆ ਜਾਵੇਗਾ। ਮੰਨ ਲਓ ਕਿ ਇਹ x1 x2 x3 xm ਸਪੇਨ A ਵੈਕਟਰ ਸਪੇਸ x ਅਤੇ ਮੰਨ ਲਓ ਕਿ ਇਹ F ਇੱਕ ਲੀਨੀਅਰ ਮੈਪ ਹੈ। ਫਿਰ ਇੱਥੇ ਇਹਨਾਂ ਪੁਆਇੰਟਸ ਦੀ ਉਹਨਾਂ ਦੀ ਇਮੇਜ x ਤੋਂ ਇਹ ਵੈਕਟਰ ਕੀ ਹਨ ਜੋ ਕਿ ਵੈਕਟਰ ਸਪੇਸ x ਨੂੰ ਫੈਲਾਉਂਦੇ ਹਨ। ਫਿਰ ਇਹ fx1 fx2 fxm ਵੀ ਸਪੈਨ ਕਰੇਗਾ ਇਮੇਜ f ਨੂੰ ਫੈਲਾ ਦੇਵੇਗਾ। ਇਸ ਲਈ ਜੇਕਰ ਅਸੀਂ ਇਸ ਸਪੇਸ x ਤੋਂ ਵੈਕਟਰਾਂ ਨੂੰ ਜਾਣਦੇ ਹਾਂ, ਤਾਂ ਇਹ ਇੱਥੇ ਬਹੁਤ ਵਧੀਆ ਪੁਆਇੰਟ ਹੈ। ਅਤੇ ਅਸੀਂ ਜਾਣਦੇ ਹਾਂ ਕਿ ਇਹ ਵੈਕਟਰ ਸਪੈਨ ਹਨ ਵੈਕਟਰ ਸਪੇਸ x। ਅਤੇ ਅਸੀਂ ਇੱਥੇ f ਮੈਪਿੰਗ ਜਾਣਦੇ ਹਾਂ। ਫਿਰ ਇਹ fx1 fx2 fxm ਉਹ ਇਮੇਜ f ਨੂੰ ਸਪੈਮ ਕਰ ਦੇਣਗੇ। ਅਤੇ ਪ੍ਰੂਫ ਦਾ ਵਿਚਾਰ ਬਹੁਤ ਸਰਲ ਹੈ। ਇਸ ਲਈ ਜੇਕਰ ਅਸੀਂ ਇਮੇਜ f ਵਿੱਚ ਇੱਕ ਪੁਆਇੰਟ ਲੈਂਦੇ ਹਾਂ ਅਤੇ ਇੱਥੇ x ਮੌਜੂਦ ਹੈ ਕਿਉਂਕਿ ਇਹ ਇਮੇਜ ਵਿੱਚ ਇੱਕ ਪੁਆਇੰਟ ਹੈ। ਇਸ ਲਈ ਇਸ ਵੈਕਟਰ ਸਪੇਸ x ਵਿੱਚ x ਮੌਜੂਦ ਹੋਣਾ ਚਾਹੀਦਾ ਹੈ ਜਿਵੇਂ ਕਿ ਇਹ fxy ਦੇ ਬਰਾਬਰ ਹੈ। ਅਤੇ ਫਿਰ ਅਸੀਂ ਇਸ x ਨੂੰ ਲੈਂਦੇ ਹਾਂ ਕਿਉਂਕਿ ਇਸ ਵੈਕਟਰ ਸਪੇਸ x ਦੇ ਕਿਸੇ ਵੀ ਤੱਤ ਨੂੰ x1 x2 x3 xm ਦੇ ਲੀਨੀਅਰ ਕੰਬੀਨੇਸ਼ਨ ਵਜੋਂ ਦਰਸਾਇਆ ਜਾ ਸਕਦਾ ਹੈ। ਕਿਉਂਕਿ ਇਹ ਵੈਕਟਰ ਸਪੇਸ x ਨੂੰ ਵੈਕਟਰ ਸਪੈਨ ਕਰਦੇ ਹਨ, ਇਸ ਲਈ ਇਸ ਨੂੰ ਲੈ ਕੇ ਅਸੀਂ ਇਸ x ਨੂੰ x I ਦੀਆਂ ਟਰਮਜ਼ ਵਿੱਚ ਦਰਸਾਉਂਦੇ ਹੈ। ਇਸ ਦਾ ਅਰਥ ਹੈ ਇਹ x i's ਦਾ ਇੱਕ ਲੀਨੀਅਰ ਕੰਬੀਨੇਸ਼ਨ ਹੈ। ਅਤੇ ਹੁਣ ਅਸੀਂ ਇਸ ਨੂੰ x ਉੱਤੇ ਇੱਕ ਲੀਨੀਅਰ ਮੈਪ f ਲਾਗੂ ਕਰਦੇ ਹਾਂ ਜੋ ਸਾਨੂੰ ਕੁਦਰਤੀ ਤੌਰ ਤੇ y ਐਲੀਮੈਂਟ ਦੇਵੇਗਾ। ਇਸ ਲਈ ਇਹ f ਇੱਕ x ਅਤੇ ਮੈਪ ਦੀ ਲੀਨੀਅਰਿਟੀ ਦੇ ਕਾਰਨ ਹੈ। ਅਸੀਂ ਇਸ f ਨੂੰ ਇੱਥੇ ਇਸ x i's ਦੇ ਅੰਦਰ ਲੈ ਸਕਦੇ ਹਾਂ ਕਿਉਂਕਿ ਇਹ ਕੋਨਸਟੈਂਟ ਹਨ ਜੋ ਲੀਨੀਅਰ ਮੈਪ ਦੀ ਪਰਿਭਾਸ਼ਾ ਹੈ। ਇਸ ਲਈ ਸਾਡੇ ਕੋਲ f ਅਲਫਾ 1 x 1 ਪਲੱਸ ਅਲਫਾ 2 x 2 ਹੈ। ਅਤੇ ਇਸ ਤਰ੍ਹਾਂ ਹੀ ਅਲਫਾ 1 ਅਤੇ f 1 x 1 ਪਲੱਸ ਅਲਫਾ 2 ਦੇ ਬਰਾਬਰ ਹੋਵੇਗਾ। ਅਤੇ f 1 x 2 ਅਤੇ ਇਸ ਤਰ੍ਹਾਂ ਇਹ ਰੇਖਿਕਤਾ ਦੇ ਕਾਰਨ ਹੈ। ਅਤੇ ਹੁਣ ਅਸੀਂ ਕੀ ਦੇਖਦੇ ਹਾਂ ਕਿ ਇਹ y ਤੱਤ ਅਸੀਂ ਇਸ x fxm ਦੇ ਇੱਕ ਲੀਨੀਅਰ ਕੰਬੀਨੇਸ਼ਨ ਵਜੋਂ ਲਿਖਿਆ ਹੈ। ਅਤੇ ਇਹ ਬਿਲਕੁਲ ਇਹ ਹੈ ਕਿ ਵੈਕਟਰ ਸਪੇਸ y ਵਿੱਚ ਕੋਈ ਵੀ ਤੱਤ y ਨੂੰ ਅਸੀਂ ਇਹਨਾਂ ਵੈਕਟਰਾਂ fx i's ਦੇ ਲੀਨੀਅਰ ਕੰਬੀਨੇਸ਼ਨ ਵਜੋਂ ਲਿਖ ਸਕਦੇ ਹਾਂ। ਇਸ ਲਈ ਇਹ ਵੈਕਟਰ fxi ਇਮੇਜ f ਨੂੰ ਸਪੈਨ ਕਰਨਗੇ। ਇਸ ਲਈ ਇੱਥੇ ਮੈਟ੍ਰਿਕਸ ਮੈਪਿੰਗ ਦਾ ਕਰਨਲ ਅਤੇ ਇਮੇਜ ਹੈ। ਇਸ ਲਈ ਕਿਉਂਕਿ ਇਹ ਮੈਟ੍ਰਿਕਸ ਜਾਂ ਲੀਨੀਅਰ ਮੈਪ ਹਨ, ਇਸ ਲਈ ਜੇਕਰ ਅਸੀਂ ਇਸ 3 ਰੋ ਅਤੇ 4 ਕਾਲਮਾਂ ਦੀ ਇਸ ਸਧਾਰਨ ਉਦਾਹਰਣ ਨੂੰ ਜਲਦੀ ਕੰਸੀਡਰ ਕਰੀਏ, ਅਤੇ ਅਸੀਂ ਉਦਾਹਰਣ ਲਈ ਇੱਥੇ ਆਮ ਆਧਾਰ ਨੂੰ ਲੈਂਦੇ ਹਾਂ E1 E2 E3 E4 ਤੋਂ R4 ਇਹ R4 ਦਾ ਮਿਆਰੀ ਆਧਾਰ ਹਨ, ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ ਪਿਛਲੇ ਥਿਓਰਮ ਦੇ ਅਨੁਸਾਰ। ਅਸੀਂ ਜਾਣਦੇ ਹਾਂ ਕਿ ਇਹ E1 E2 E3 E4 ਦੇ ਇਮੇਜ ਨੂੰ ਸਪੈਨ ਕਰੇਗਾ। ਇਸ ਲਈ ਹੁਣ ਅਸੀਂ ਇਸ E1 E2 ਦੀ ਗਣਨਾ ਕਰਦੇ ਹਾਂ। ਇੱਥੇ ਇਹ ਨੰਬਰ ਕੀ ਹਨ? ਇਸ ਲਈ ਜੇਕਰ ਅਸੀਂ ਇਹ ਅਤੇ E1 ਲੈਂਦੇ ਹਾਂ ਤਾਂ ਸਾਨੂੰ ਕੁਝ ਨਹੀਂ ਮਿਲੇਗਾ ਪਰ ਇਹ ਇੱਕ ਪਹਿਲਾ ਹੋਵੇਗਾ ਅਤੇ ਫਿਰ ਅਸੀਂ ਇੱਥੇ ਮਲਟੀਪਲਾਈ ਕਰਦੇ ਹਾਂ B1 ਅਤੇ ਫਿਰ C1 ਜੋ E1 E2 E3 ਅਤੇ E4 ਹੋਵੇਗਾ ਤਾਂ ਇਹ ਵੈਕਟਰ ਇੱਥੇ E1 B1 C1 E2 B2 C2 ਆਦਿ ਹਨ ਅਤੇ ਇਸ ਤਰ੍ਹਾਂ E4 B4 C4 R3 ਵਿੱਚ R3 ਵਿੱਚ ਵੈਕਟਰ ਹਨ। ਇਹ ਇਮੇਜ ਵਿੱਚ ਵੈਕਟਰ ਹਨ ਅਤੇ ਅਸੀਂ ਪਿਛਲੇ ਥਿਓਰਮ ਤੋਂ ਜਾਣਦੇ ਹਾਂ ਕਿ ਇੱਥੇ ਇਹ ਵੈਕਟਰ ਇਮੇਜ ਨੂੰ ਸਪੈਨ ਕਰਨਗੇ। ਇਸ ਲਈ ਸਾਨੂੰ ਪਹਿਲਾਂ ਹੀ ਇਸ ਇਮੇਜ R3 ਦੇ ਸਪੈਨਿੰਗ ਵੈਕਟਰ ਬਾਰੇ ਪਤਾ ਹੈ ਜੋ R3 ਵਿੱਚ ਹੈ। ਇਸ ਲਈ ਇਹ ਦਾ ਇਮੇਜ ਤਾਂ ਇਹ ਕੀ ਹਨ?
ਇਹ ਬਿਲਕੁਲ ਇੱਥੇ ਕਾਲਮ A ਦਿੱਤੇ ਗਏ ਮੈਟ੍ਰਿਕਸ ਦੇ ਕਾਲਮ ਹਨ, ਇਸ ਲਈ ਇਮੇਜ ਕੁਝ ਨਹੀਂ ਹੈ, ਪਰ ਇਮੇਜ ਕੁਝ ਨਹੀਂ ਹੈ ਪਰ ਕਾਲਮ ਸਪੇਸ ਹੈ। ਕਾਲਮ ਸਪੇਸ ਹੈ। ਬਿਲਕੁਲ। ਇਹਨਾਂ ਕਾਲਮਾਂ ਦੀ ਸਪੈਮ ਜੋ ਕਿ ਕਾਲਮ ਸਪੇਸ ਹੈ ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ, ਅਤੇ ਜੋ ਅਸੀਂ ਦੇਖਿਆ ਹੈ ਕਿ ਇਮੇਜ ਇਹਨਾਂ ਕਾਲਮਾਂ ਦੀ ਸਪੈਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਇਸ ਲਈ ਇਮੇਜ ਬਿਲਕੁਲ ਕਾਲਮ ਸਪੇਸ ਹੈ। ਇਸ ਲਈ ਜਦੋਂ ਅਸੀਂ ਇੱਥੇ ਮੈਟ੍ਰਿਸਿਸ ਬਾਰੇ ਗੱਲ ਕਰਦੇ ਹਾਂ ਤਾਂ ਕਾਲਮ ਸਪੇਸ ਕੁਝ ਵੀ ਨਹੀਂ ਹੈ। ਉਹ ਕਾਲਮ ਸਪੇਸ ਨੂੰ ਸਪੈਨ ਕਰਨਗੇ, ਇਹ ਕੁਝ ਵੀ ਨਹੀਂ ਹੈ। ਪਰ ਇਸੇ ਤਰ੍ਹਾਂ ਦੇ ਕਰਨਲ ਦੀ ਇਮੇਜ ਹੈ ਕਿਉਂਕਿ ਕਰਨਲ ਇੱਥੇ ਸਾਰੇ ਪੁਆਇੰਟ ਹੋਣਗੇ ਜਿਨ੍ਹਾਂ ਦਾ ਮੈਪ 0 ਹੈ, ਭਾਵ ਅਸੀਂ ਇੱਥੇ ਸਾਰੇ ਪੁਆਇੰਟ x ਨੂੰ R4 ਵਿੱਚ ਲੱਭ ਰਹੇ ਹਾਂ, ਅਤੇ ਜਿਨ੍ਹਾਂ ਦਾ ਮੈਪ 0 R3 ਵਿੱਚ ਹੈ। ਇਸ ਲਈ ਇਸ ਦਾ ਮਤਲਬ ਹੈ ਕਿ ਅਸੀਂ ਬਿਲਕੁਲ ਜੋ ਦੇਖ ਰਹੇ ਹਾਂ ਅਸੀਂ ਇਸ ਮੈਟ੍ਰਿਕਸ A ਦੀ ਨਲ ਸਪੇਸ ਦੀ ਖੋਜ ਕਰ ਰਹੇ ਹਾਂ ਕਿਉਂਕਿ ਨਲ ਸਪੇਸ ਦੀ ਪਰਿਭਾਸ਼ਾ ਸੀ। ਮੇਰਾ ਮਤਲਬ ਹੈ ਕਿ ਇਸ ਸਮੀਕਰਨ ਦੇ ਸਿਸਟਮ ਦਾ ਹੱਲ ਸਾਨੂੰ ਨਲ ਸਪੇਸ ਦਿੰਦਾ ਹੈ। ਇਸ ਲਈ ਇੱਥੇ ਕਰਨਲ ਦੇ ਰੂਪ ਵਿੱਚ ਇਹ ਨਲ ਸਪੇਸ ਮੈਟ੍ਰਿਕਸ ਮੈਪਿੰਗ ਦੇ ਇੱਕ ਕਰਨਲ ਦੀ ਨਲ ਸਪੇਸ ਦੇ ਸਮਾਨ ਹੈ। ਇੱਥੇ ਆਖਰੀ ਇੱਕ ਰੈਂਕ ਅਤੇ ਇੱਕ ਲੀਨੀਅਰ ਮੈਪ ਨਕਸ਼ੇ ਦੀ ਨਲਿਟੀ ਹੈ। ਇਸ ਲਈ ਜੇਕਰ ਅਸੀਂ ਇਮੇਜ A ਨੂੰ ਯਾਦ ਕਰਦੇ ਹਾਂ ਤਾਂ ਇਹ ਦੀ ਕਾਲਮ ਸਪੇਸ ਹੈ, ਅਤੇ ਫਿਰ ਕਾਲਮ ਸਪੇਸ ਦਾ ਡਾਇਮੈਂਸ਼ਨ ਜਦੋਂ ਅਸੀਂ ਮੈਟ੍ਰਿਕਸ ਦੇ ਰੈਂਕ ਦੀ ਚਰਚਾ ਕੀਤੀ ਹੈ ਤਾਂ ਕਿ ਉਹ ਕਾਲਮ ਸਪੇਸ ਦਾ ਡਾਇਮੈਂਸ਼ਨ ਸੀ ਜੋ ਉੱਥੇ ਰੈਂਕ ਸੀ। ਇਸ ਲਈ ਇੱਥੇ ਲੀਨੀਅਰ ਮੈਪ ਦੀਆਂ ਟਰਮਜ਼ ਵਿੱਚ ਇੱਕ ਲੀਨੀਅਰ ਮੈਪ ਦਾ ਰੈਂਕ f ਦੇ ਇਮੇਜ ਦਾ ਡਾਇਮੈਂਸ਼ਨ ਹੋਵੇਗਾ ਤਾਂ f ਦਾ ਇਮੇਜ ਰੈਂਕ ਹੋਵੇਗਾ। ਇਸ ਲਈ ਇਹ ਰੈਂਕ ਦੀ ਇੱਕ ਵਧੇਰੇ ਜੇਨਰਲ ਪਰਿਭਾਸ਼ਾ ਹੈ, ਜੋ ਮੈਟ੍ਰਿਕਸ ਦੇ ਕੇਸ ਵਿੱਚ ਇਹ ਵਿਸ਼ੇਸ਼ ਕੇਸ ਹੈ, ਅਤੇ ਅਸੀਂ ਮੈਟ੍ਰਿਕਸ ਦੇ ਰੈਂਕ ਸੰਕਲਪ ਬਾਰੇ ਵੱਖਰੇ ਤੌਰ ਤੇ ਚਰਚਾ ਕੀਤੀ ਹੈ। ਇਸ ਲਈ ਮੈਟ੍ਰਿਕਸ ਦਾ ਰੈਂਕ ਕਾਲਮ ਸਪੇਸ ਦਾ ਡਾਇਮੈਂਸ਼ਨ ਸੀ, ਪਰ ਇੱਥੇ ਸਾਡੇ ਕੋਲ ਵਧੇਰੇ ਜੇਨਰਲ ਟਰਮੀਨੋਲੋਜੀ ਹੈ ਜਿਸ ਨੂੰ ਮੈਪਿੰਗ f ਦੀ ਇਮੇਜ ਕਿਹਾ ਜਾਂਦਾ ਹੈ। ਇਸ ਲਈ ਇਹ ਕਰਨਲ f ਆਯਾਮ f ਦੀ ਇਮੇਜ ਤੋਂ ਇਲਾਵਾ ਕੁਝ ਨਹੀਂ ਹੈ। ਇਸੇ ਤਰ੍ਹਾਂ ਕਰਨਲ A ਦੀ ਨਲ ਸਪੇਸ ਸੀ, ਅਤੇ ਇੱਥੇ ਦੁਬਾਰਾ ਇਹ ਨਲਿਟੀ ਜਿਸ ਨੂੰ ਅਸੀਂ ਨਲ ਸਪੇਸ ਦਾ ਡਾਇਮੈਂਸ਼ਨ ਕਹਿੰਦੇ ਹਾਂ। ਇਸ ਲਈ ਇਹ ਉਹ ਨਲਿਟੀ ਹੈ ਜਿਸ ਬਾਰੇ ਅਸੀਂ ਪਹਿਲਾਂ ਹੀ ਚਰਚਾ ਕਰ ਚੁੱਕੇ ਹਾਂ। ਇਸ ਲਈ ਨਲਿਟੀ ਕੁਝ ਵੀ ਨਹੀਂ ਹੈ ਪਰ ਕਰਨਲ ਦਾ ਡਾਇਮੈਂਸ਼ਨ ਹੈ। ਇਸ ਲਈ ਇਹ ਦੋ ਫਿਰ ਸਾਡੇ ਕੋਲ ਕਰਨਲ ਬਾਰੇ ਦੋ ਹੋਰ ਪਰਿਭਾਸ਼ਾਵਾਂ ਹਨ ਜੋ ਰੈਂਕ ਦੀ ਪਰਿਭਾਸ਼ਾ ਨਾਲੋਂ ਵਧੇਰੇ ਜੇਨਰਲ ਹਨ। ਅਸੀਂ ਮੈਟ੍ਰਿਸਿਸ ਲੀਵ ਚਰਚਾ ਕਰ ਚੁੱਕੇ ਹਾਂ। ਇਸ ਲਈ ਇੱਥੇ f ਦਾ ਰੈਂਕ f ਦੀ ਇਮੇਜ ਦਾ ਆਯਾਮ ਹੈ ਅਤੇ ਨਲਿਟੀ f ਦੇ ਕਰਨਲ ਦੇ ਡਾਇਮੈਂਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਅਤੇ ਇੱਕ ਥਿਓਰਮ ਹੈ ਕਿ ਫਿਰ ਸੀਮਿਤ ਡਾਇਮੈਂਸ਼ਨ ਦੀ ਇੱਕ ਵੈਕਟਰ ਸਪੇਸ ਹੋਵੇ ਅਤੇ ਇਸ f ਨੂੰ ਇੱਕ ਲੀਨੀਅਰ ਮੈਪ ਮੰਨ ਲਓ। ਇਹ ਰੈਂਕ ਪਲੱਸ ਨਲਿਟੀ x ਦੇ ਡਾਇਮੈਂਸ਼ਨ ਦੇ ਬਰਾਬਰ ਹੈ। ਇਸ ਲਈ ਇਸ ਰੈਂਕ ਨਲਿਟੀ ਥਿਓਰਮ ਦੀ ਅਸੀਂ ਮੈਟ੍ਰਿਸਿਸ ਲਈ ਵੀ ਚਰਚਾ ਕੀਤੀ ਹੈ, ਜਿੱਥੇ ਰੈਂਕ ਪਲੱਸ ਨਲਿਟੀ ਵੇਰੀਏਬਲ n ਦੀ ਸੰਖਿਆ ਸੀ ਜੋ ਕਿ ਇਸ ਮਾਮਲੇ ਵਿੱਚ ਇੱਥੇ ਹੈ ਕਿਉਂਕਿ ਇਹ R ਤੋਂ Rm ਤੱਕ ਦਾ ਮੈਪ ਹੈ। ਇਸ ਲਈ ਇਸ ਡੋਮੇਨ ਦਾ ਸਹੀ ਡਾਇਮੈਂਸ਼ਨ ਇੱਥੇ x ਦਾ ਡਾਇਮੈਂਸ਼ਨ ਹੈ। ਇਸ ਲਈ ਰੈਂਕ ਪਲੱਸ ਨਲਿਟੀ ਹਮੇਸ਼ਾ x ਦਾ ਡਾਇਮੈਂਸ਼ਨ ਹੁੰਦਾ ਹੈ ਜੋ ਕਿ ਸਾਡੇ ਕੋਲ ਮੈਟ੍ਰਿਸਿਸ ਦੇ ਕਨਕਲੂਜ਼ਨ ਤੇ ਆਉਣ ਵਾਲੇ ਨਤੀਜਿਆਂ ਨਾਲੋਂ ਉਹੀ ਵਧੇਰੇ ਜੇਨਰਲ ਨਤੀਜਾ ਹੁੰਦਾ ਹੈ। ਇਸ ਲਈ ਅਸੀਂ ਇੱਕ ਲੀਨੀਅਰ ਮੈਪ ਦੀ ਚਰਚਾ ਕੀਤੀ ਹੈ ਅਤੇ ਲੀਨੀਅਰ ਮੈਪ ਨੂੰ ਸਾਬਿਤ ਕਰਨ ਲਈ ਸਾਨੂੰ ਇਸ ਤੇ ਇਸ f ਨੂੰ ਲਾਗੂ ਕਰਨ ਦੀ ਲੋੜ ਹੈ। u ਪਲੱਸ k2 ਵੀ ਹੈ ਅਤੇ ਜੇਕਰ ਤੁਹਾਨੂੰ k1f ਪਲੱਸ k2f ਵੀ ਮਿਲਦਾ ਹੈ, ਫਿਰ ਅਸੀਂ ਕਹਿੰਦੇ ਹਾਂ ਕਿ ਦਿੱਤਾ ਮੈਪ ਲੀਨੀਅਰ ਮੈਪ ਹੈ। ਅਤੇ ਅਸੀਂ ਇਹ ਵੀ ਦੇਖਿਆ ਹੈ ਕਿ ਇਹ ਮੈਟ੍ਰਿਸਿਸ ਵੀ ਲੀਨੀਅਰ ਮੈਪ ਹਨ, ਅਤੇ ਜੇਕਰ ਮੈਟ੍ਰਿਕਸ m ਕਰੋਸ n ਆਰਡਰ ਦਾ ਹੈ ਤਾਂ ਉਹ Rn ਦੇ ਐਲੀਮੈਂਟ ਨੂੰ Rm ਦੇ ਐਲੀਮੈਂਟਸ ਨਾਲ ਮੈਪ ਕਰਦੇ ਹਨ। ਅਤੇ ਇਹ ਦੀ ਇਮੇਜ ਵਿੱਚ ਕੁਝ ਵੀ ਨਹੀਂ ਹੈ ਪਰ ਇਹ ਦੀ ਕਾਲਮ ਸਪੇਸ ਅਤੇ ਇਸ ਮੈਟ੍ਰਿਕਸ ਦਾ ਇਸ ਲੀਨੀਅਰ ਮੈਪਿੰਗ A ਦਾ ਕਰਨਲ A ਦੀ ਨਲ ਸਪੇਸ ਤੋਂ ਇਲਾਵਾ ਕੁਝ ਨਹੀਂ ਹੈ। ਇਸ ਲਈ ਇਹ ਇੱਥੇ ਵਰਤੇ ਗਏ ਹਵਾਲੇ ਹਨ। ਧੰਨਵਾਦ।